ਸ਼ਲੋਕ ਸਤ ਕਹੋ ਸੁਨ ਮਨ ਮੇਰੇ, ਸ਼ਰਨ ਪਰੋ ਹਰਿ ਰਾਏ। ਉਕਤ ਸਿਆਨਪ ਸਗਲ ਤਿਆਗ, ਨਾਨਕ ਲਏ ਸਮਾਏ। ਪੌੜੀ। ਸਸਾ ਸਿਆਨਪ ਛਾੜ ਇਆਨਾ, ਹਿਕਮਤ ਹੁਕਮ ਨਾ ਪ੍ਰਭ ਪਤੀਆਨਾ। ਸਹਸ ਭਾਂਤ ਕਰੈ ਚਤੁਰਾਈ, ਸੰਗ ਤੁਹਾਰੈ ਏਕ ਨਾ ਜਾਈ। ਸੋਊ ਸੋਊ ਜਪ ਦਿਨ ਰਾਤੀ, ਰੇ ਜੀ ਚੱਲੈ ਤੁਹਾਰੈ ਸਾਥੀ। ਸਾਧ ਸੇਵਾ ਲਾਵੈ ਜਿਹ ਆਪੈ, ਨਾਨਕ ਤਾਕੋ ਦੁਖ ਨਾ ਵਿਆਪੈ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਧੰਨ ਧੰਨ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਸਤਿਗੁਰਾਂ ਦੇ ਸਤ ਸੰਗੀ ਜਨੋ, ਸਤਿਗੁਰੂ ਗੁਰੂ ਅਰਜਨ ਸਾਹਿਬ ਜੀ ਦੀ ਪਾਵਨ ਬਾਣੀ 52 ਅੱਖਰੀ ਦੀ 50 ਨੰਬਰ ਪੌੜੀ ਅਤੇ ਸੰਬੰਧਿਤ ਸ਼ਲੋਕ ਦਾ ਪਾਠ ਆਪ ਜੀ ਨੇ ਸ਼ਰਵਣ ਕੀਤਾ ਹੈ। ਇਸ ਬਾਣੀ ਦੀਆਂ ਕੁੱਲ 55 ਪੌੜੀਆਂ ਹਨ। ਸਤਿਗੁਰੂ ਧੰਨ ਗੁਰੂ ਅਰਜਨ ਸਾਹਿਬ ਮਹਾਰਾਜ ਜੀ ਅੱਜ ਦੇ ਇਸ ਬਚਨ ਵਿੱਚ ਉਪਦੇਸ਼ ਕਰਦੇ ਹਨ ਕਿ ਹੇ ਮੇਰੇ ਮਨ, ਮੈਂ ਤੈਨੂੰ ਇੱਕ ਸੱਚੀ ਗੱਲ ਸੁਣਾਉਂਦਾ ਹਾਂ, ਸੱਚੀ ਵਿਚਾਰ, ਸੱਚੀ ਮੱਤ ਦ੍ਰਿੜ ਕਰਵਾਉਂਦਾ ਹਾਂ। ਤੂੰ ਉਸ ਸਰਵ ਸੰਸਾਰ ਦੇ ਮਾਲਕ ਹਰੀ ਰਾਏ ਅਕਾਲ ਪੁਰਖ ਦੀ ਸ਼ਰਨ ਨੂੰ ਗ੍ਰਹਿਣ ਕਰ। ਜਦੋਂ ਅਸੀਂ ਧੰਨ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੀ ਪਾਵਨ ਬਾਣੀ ਵਿੱਚੋਂ ਐਸੇ ਬਚਨ ਪੜ੍ਹਦੇ ਹਾਂ ਕਿ ਅਕਾਲ ਪੁਰਖ ਦੀ ਸ਼ਰਨ ਵਿੱਚ ਰੱਬ ਦੇ ਸਨਮੁਖ ਸਮਰਪਿਤ ਹੋਵੋ। ਸ਼ਰਨ ਆਉਣ ਦਾ ਭਾਵ ਕੇਵਲ ਇਹ ਨਹੀਂ ਕਿ ਮੈਂ ਇਹ ਗੱਲ ਕਹਿ ਦਿਆਂ ਵੀ ਮੈਂ ਰੱਬ ਦਾ ਬੰਦਾ ਹਾਂ ਤੇ ਰੱਬ ਦੀ ਸ਼ਰਨ ਵਿੱਚ ਹਾਂ। ਸਤਿਗੁਰੂ ਪਾਤਸ਼ਾਹ ਇਸ ਦਾ ਭਾਵ ਇਹ ਦੱਸਦੇ ਹਨ ਕਿ ਜਦੋਂ ਅਸੀਂ ਬਾਕੀ ਸਾਰੇ ਆਸਰੇ ਪਰਨੇ ਤਿਆਗ ਕੇ ਕੇਵਲ ਇੱਕ ਅਕਾਲ ਪੁਰਖ ਵਾਹਿਦ ਪਰਮੇਸ਼ਰ ਨੂੰ, ਪਰਮਾਤਮਾ ਨੂੰ, ਉਸ ਦੀ ਹੋਂਦ ਨੂੰ ਸਵੀਕਾਰ ਕਰ ਲੈਂਦੇ ਹਾਂ, ਕਬੂਲ ਕਰ ਲੈਂਦੇ ਹਾਂ, ਸਾਡੀ ਸੁਰਤ ਵਿੱਚੋਂ ਦੂਜੇ ਭਾਵ ਨਿਕਲ ਜਾਂਦੇ ਹਨ, ਜਿਸ ਨੂੰ ਧੰਨ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੀ ਪਾਵਨ ਬਾਣੀ 'ਚ ਰਾਗ ਤਿਲੰਗ ਦੇ ਸ਼ਬਦ ਅੰਦਰ ਧੰਨ ਗੁਰੂ ਅਰਜਨ ਸਾਹਿਬ ਮਹਾਰਾਜ ਕਿਰਪਾ ਕਰਦੇ ਹਨ। ਤੁਧ ਬਿਨ ਦੂਜਾ ਨਾਹੀ ਕੋਏ। ਹੇ ਅਕਾਲ ਪੁਰਖ ਜੀ, ਤੇਰੇ ਤੋਂ ਬਿਨਾਂ ਦੂਸਰਾ ਕੋਈ ਹੈ ਹੀ ਨਹੀਂ। ਤੋ ਜਦੋਂ ਮੇਰੀ ਸੁਰਤ ਇਸ ਗੱਲ ਨੂੰ ਕਬੂਲ ਹੀ ਨਹੀਂ ਕਰਦੀ ਵੀ ਤੇਰੇ ਤੋਂ ਬਿਨਾਂ ਕੋਈ ਦੂਸਰਾ ਹੈ ਵੀ, ਮੈਂ ਉਸ ਦੀ ਹੋਂਦ ਨੂੰ ਮੰਨਦਾ ਹੀ ਨਹੀਂ, ਤਾਂ ਫਿਰ ਮੇਰੇ ਭਟਕਣ ਦਾ ਸਵਾਲ ਹੀ ਪੈਦਾ ਨਹੀਂ ਹੁੰਦਾ। ਕਦੇ ਤੁਸੀਂ ਵੇਖਣਾ, ਅਸੀਂ ਕਿਸੇ ਸਫ਼ਰ ਉੱਤੇ ਹੋਈਏ, ਇੱਕੋ ਹੀ ਰਸਤਾ ਜਾ ਰਿਹਾ ਹੋਵੇ, ਜਿਸ ਰਸਤੇ ਉੱਤੇ ਅਸੀਂ ਤੁਰੇ ਹਾਂ, ਤਾਂ ਦੁਬਿਧਾ ਨਹੀਂ ਹੁੰਦੀ। ਸਾਨੂੰ ਪਤਾ ਹੈ ਹੋਰ ਕੋਈ ਰਾਹ ਹੀ ਨਹੀਂ, ਆਸੇ ਪਾਸੇ ਇਹੀ ਰਾਹ ਹੈ, ਤਾਂ ਇਹੀ ਜਾਏਗਾ। ਤੇ ਜੇ ਸਾਨੂੰ ਰਸਤੇ ਦੀ ਸਹੀ ਜਾਣਕਾਰੀ ਨਾ ਹੋਵੇ, ਅਸੀਂ ਕਿਤੇ ਭੁੱਲ ਜਾਈਏ, ਅੱਗੇ 3-4 ਰਸਤੇ ਨਿਕਲਦੇ ਹੋਣ, 2 ਰਸਤੇ ਨਿਕਲਦੇ ਹੋਣ, ਤੇ ਅਸੀਂ ਕਈ ਵਾਰ ਖਲੋ ਕੇ ਸੋਚਣ ਲੱਗ ਪੈਂਦੇ ਹਾਂ ਕਿ ਕਿਹੜਾ ਰਾਹ ਜਾਂਦਾ ਹੋਏਗਾ, ਕਿਤੇ ਗਲਤ ਰਾਹ ਹੀ ਨਾ ਪੈ ਜਾਈਏ। ਕਿਉਂਕਿ ਦੁਬਿਧਾ ਉੱਥੇ ਹੁੰਦੀ ਹੈ ਜਿੱਥੇ 2 ਹੁੰਦੇ ਹਨ। ਜਿੱਥੇ ਹੈ ਹੀ ਇੱਕ, ਉੱਥੇ ਦੁਬਿਧਾ ਦਾ ਕੋਈ ਸਵਾਲ ਹੀ ਨਹੀਂ। 2 ਰਸਤੇ ਹਨ ਸਾਡੇ ਸਾਹਮਣੇ, ਅਸੀਂ ਭੁੱਲ ਗਏ ਸਹੀ ਰਾਹ ਕਿਹੜਾ ਹੈ, ਫਿਰ ਖਲੋਤੇ ਹੋਏ ਸੋਚਾਂਗੇ, ਆਲੇ ਦੁਆਲੇ ਵੱਲ ਧਿਆਨ ਦੇਵਾਂਗੇ ਵੀ ਕੋਈ ਨੇੜੇ ਤੇੜੇ ਸਾਨੂੰ ਮਿਲ ਜਾਏ ਤੇ ਅਸੀਂ ਉਹਨੂੰ ਪੁੱਛ ਲਈਏ, ਭਾਈ ਸਹੀ ਰਾਹ ਕਿਹੜਾ ਹੈ।
ਅਸੀਂ ਇਸ ਕਰਕੇ ਸੋਚਦੇ ਹਾਂ ਖਲੋਤੇ ਵੀ ਇਹ ਨਾ ਹੋਵੇ ਅਸੀਂ ਕਿਸੇ ਹੋਰ ਰਾਹ ਤੇ ਪੈ ਜਾਈਏ ਤੇ ਸਾਡਾ ਸਫ਼ਰ ਜਿਹੜਾ ਉਹ ਅਜਾਈਂ ਚਲਿਆ ਜਾਏ, ਅਸੀਂ ਵਾਧੂ ਸਫ਼ਰ ਕਰਕੇ ਐਵੇਂ ਗਲਤ ਮੰਜ਼ਿਲ ਉੱਤੇ ਪਹੁੰਚ ਜਾਈਏ, ਆਪਣੀ ਮੰਜ਼ਿਲ ਤੋਂ ਥਿੜਕ ਜਾਈਏ। ਸੋ ਇਹੀ ਹਾਲ ਮਨੁੱਖ ਦੇ ਜੀਵਨ ਦਾ ਹੈ। ਦੁਬਿਧਾ ਉੱਥੇ ਹੈ ਜਿੱਥੇ ਦੋ ਹਨ, ਦੁਚਿੱਤਾਪਨ ਉੱਥੇ ਹੈ ਜਿੱਥੇ ਦੋ ਹਨ। ਤੇ ਗੁਰੂ ਮਹਾਰਾਜ ਨੇ ਪਾਵਨ ਬਾਣੀ ਦੇ ਵਿੱਚ ਆਖਿਆ, ਇਨ ਦੁਬਿਧਾ ਘਰ ਬਹੁਤੇ ਗਾਲੇ। ਬਹੁਤੇ ਹਿਰਦਿਆਂ ਨੂੰ ਖੁਆਰ ਕਰ ਦਿੱਤਾ, ਬਹੁਤੇ ਜੀਵਨ ਜਿਹੜੇ ਹਨ ਉਹ ਦੁਬਿਧਾ ਦੇ ਸ਼ਿਕਾਰ ਹੋ ਗਏ। ਸਤਿਗੁਰੂ ਪਾਵਨ ਬਾਣੀ ਵਿੱਚ ਆਖਦੇ ਨੇ, ਦੁਬਿਧਾ ਬੌਰੀ ਮਨ ਬਉਰਾਇਆ, ਝੂਠੈ ਲਾਲਚ ਜਨਮ ਗਵਾਇਆ, ਲਪਟ ਰਹੀ ਪੁਨ ਬੰਧ ਨਾ ਪਾਇਆ। ਵੀ ਇਸ ਝੱਲੀ ਦੁਬਿਧਾ ਨੇ ਮਨੁੱਖ ਨੂੰ ਵੀ ਝੱਲਿਆਂ ਕਰ ਦਿੱਤਾ, ਉਲਝਿਆ ਹੋਇਆ। ਹਰ ਵੇਲੇ ਮਨੁੱਖ ਉਲਝਿਆ ਰਹਿੰਦਾ ਹੈ, ਕਿਉਂਕਿ ਉਸ ਨੂੰ ਪਹਿਲੀ ਤਾਂ ਗੱਲ ਇਹ ਪਛਾਣ ਨਹੀਂ ਆਈ ਕਿ ਸਹੀ ਰਾਹ ਕਿਹੜਾ ਹੈ। ਦੋ ਰਾਹਾਂ ਦੀ ਦੁਚਿੱਤੀ ਵਿੱਚ ਪੈ ਕੇ ਉਹ ਸਾਰੀ ਜ਼ਿੰਦਗੀ ਉਲਝਿਆ ਰਹਿੰਦਾ ਹੈ। ਉਹ ਮਨਮਤ ਤੇ ਗੁਰਮਤ ਦੋਵੇਂ ਕੰਮ ਹੀ ਨਾਲ-ਨਾਲ ਕਰਨ ਦੀ ਕੋਸ਼ਿਸ਼ ਕਰੀ ਜਾਂਦਾ ਹੈ। ਉਹ ਸੋਚਦਾ ਹੈ ਧਰਮ ਵਾਲਾ ਪਾਸਾ ਵੀ ਰਹਿ ਜਾਏ, ਅਧਰਮੀ ਜੀਵਨ ਨੂੰ ਵੀ ਮੈਂ ਬਦਲਾ ਨਾ, ਸੱਚ ਦੀ ਕਮਾਈ ਵੀ ਥੋੜੀ ਬਹੁਤ ਕਰੀ ਚੱਲਾਂ, ਝੂਠ ਵੀ ਨਾ ਛੱਡਾਂ। ਯਾਨੀ ਕਿ ਇਸ ਤਰ੍ਹਾਂ ਦਾ ਉਹ ਇੱਕ ਤਰ੍ਹਾਂ ਦੇ ਨਾਲ ਸਮਝੌਤਾ ਜਿਹਾ ਕਰਕੇ ਦੁਬਿਧਾ ਦੇ ਵਿੱਚ ਆਪਣੀ ਜ਼ਿੰਦਗੀ ਬਤੀਤ ਕਰਦਾ ਰਹਿੰਦਾ ਹੈ। ਧੰਨ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਆਖਦੇ ਨੇ, ਜੇ ਭਲਾ ਇੱਕ ਦੀ ਸੋਝੀ ਆ ਜਾਏ ਵੀ ਇੱਕ ਹੀ ਹੈ, ਉਸ ਤੋਂ ਬਿਨਾਂ ਕੋਈ ਦੂਸਰਾ ਹੈ ਹੀ ਨਹੀਂ, ਤਾਂ ਮਹਾਰਾਜ ਕਹਿੰਦੇ ਦੁਬਿਧਾ ਜੀਵਨ ਵਿੱਚੋਂ ਨਿਕਲ ਜਾਏਗੀ। ਇਹ ਹੈ ਅਕਾਲ ਪੁਰਖ ਦੀ, ਇੱਕ ਰੱਬ ਦੀ ਸ਼ਰਨ ਵਿੱਚ ਆਉਣਾ, ਉਹਨੂੰ ਸਮਰਪਿਤ ਹੋ ਜਾਣਾ। ਅਜੇ ਮਨੁੱਖ ਬਹੁਤਿਆਂ ਨੂੰ ਸਮਰਪਿਤ ਹੈ। ਜੋ ਸਾਨੂੰ ਸਤਿਗੁਰੂ ਜੀ ਦੱਸਦੇ ਹਨ ਅਸੀਂ ਉਹਦੇ ਵਿੱਚ ਵੀ ਹਾਮੀ ਭਰਦੇ ਹਾਂ। ਜਿੱਥੇ ਸਤਿਗੁਰੂ ਜੀ ਸਾਨੂੰ ਰੋਕਦੇ ਹਨ ਅਸੀਂ ਉਹ ਵੀ ਥੋੜਾ ਬਹੁਤ ਕਰ ਲੈਂਦੇ ਹਾਂ। ਇਸ ਤਰ੍ਹਾਂ ਅਸੀਂ ਕਨਫਿਊਜ਼ਨ ਵਿੱਚ, ਦੁਬਿਧਾ ਵਿੱਚ ਸਾਰੇ ਪਾਕੀ ਰੱਖਣ ਦੀ ਕੋਸ਼ਿਸ਼ ਕਰਦੇ ਰਹਿੰਦੇ ਹਾਂ। ਇਹਦੇ ਨਾਲ ਅਸੀਂ ਸੰਸਾਰ ਦੇ ਲੋਕਾਂ ਵਿੱਚ ਤੇ ਭੱਲ ਬਣਾ ਲੈਂਦੇ ਹਾਂ, ਪਰ ਗੁਰੂ ਵਾਲੇ ਪਾਸਿਓਂ ਅਸੀਂ ਕੱਚੇ ਹੋ ਜਾਂਦੇ ਹਾਂ। ਕਿਉਂਕਿ ਸਤਿਗੁਰੂ ਦੀ ਪਾਵਨ ਬਾਣੀ ਇਹ ਕਹਿੰਦੀ ਹੈ, ਜਿਨ ਮਨ ਹੋਰ ਮੁਖ ਹੋਰ ਸਿਕਾਂਡੇ ਕੱਚਿਆ। ਇਹਨਾਂ ਚੀਜ਼ਾਂ ਦੇ ਨਾਲ ਭਾਵੇਂ ਸੰਸਾਰ ਦੇ ਚਾਰ ਮਨੁੱਖ ਤਾਂ ਵਰਗਲਾਏ ਜਾ ਸਕਦੇ ਨੇ ਵੀ ਅਸੀਂ ਇਹ ਵੀ ਕਰ ਲਈਏ ਤੇ ਉਹ ਵੀ ਕਰ ਲਈਏ, ਚਲੋ ਚਾਰੇ ਪਾਸੇ ਭੱਲ ਜਿਹੀ ਬਣੀ ਰਹਿੰਦੀ ਹੈ, ਲੋਕਾਂ ਦਾ ਮੂੰਹ ਨਾਕਨ ਮੂਜ ਜਿਹਾ ਟਿਕਿਆ ਰਹਿੰਦਾ ਹੈ। ਪਰ ਇਹਨਾਂ ਕੰਮਾਂ ਦੇ ਨਾਲ ਸਾਡੇ ਸਿਦਕ ਵਿੱਚ ਤੇੜ ਪੈ ਜਾਂਦੀ ਹੈ। ਸਾਡਾ ਸਿਦਕ ਸਾਬਤ ਨਹੀਂ ਰਹਿੰਦਾ, ਕਾਇਮ ਨਹੀਂ ਰਹਿੰਦਾ। ਗੁਰੂ ਵਾਲੇ ਪਾਸਿਓਂ ਅਸੀਂ ਝੂਠੇ ਸਾਬਤ ਹੋ ਜਾਂਦੇ ਹਾਂ। ਕਿਉਂਕਿ ਗੁਰੂ ਪਾਤਸ਼ਾਹ ਦਾ ਇਹ ਪਾਵਨ ਬਚਨ ਅਸੀਂ ਰੋਜ਼ ਕੀਰਤਨ ਦੇ ਰਾਹੀਂ, ਪਾਠ ਰਾਹੀਂ ਸੁਣਦੇ ਹਾਂ। ਸਲਾਮ ਜਵਾਬ ਦੋਵੇਂ ਕਰੇ, ਮੁੱਢੋਂ ਕੁਥਾ ਜਾਏ, ਨਾਨਕ ਦੋਵੇਂ ਕੂੜੀਆਂ ਥਾਏ ਨਾ ਕਾਈ ਪਾਏ। ਸਲਾਮ ਦਾ ਅਰਥ ਹੁੰਦਾ ਹੈ ਝੁਕਣਾ, ਨਮਸਕਾਰ ਕਰਨੀ, ਆਦਰ ਕਰਨਾ, ਸਤਿਕਾਰ ਕਰਨਾ। ਤੇ ਜਵਾਬ ਦਾ ਅਰਥ ਹੈ ਹੁਕਮ ਨਾ ਮੰਨਣਾ। ਬਾਰੀ ਤੌਰ ਉੱਤੇ ਮੈਂ ਗੁਰੂ ਦਾ ਸਤਿਕਾਰ ਕਰਦਾ ਹਾਂ, ਆਦਰ ਕਰਦਾ ਹਾਂ, ਗੁਰੂ ਅੱਗੇ ਨਿਉਂਦਾ ਹਾਂ, ਗੁਰੂ ਅੱਗੇ ਝੁਕਦਾ ਹਾਂ, ਗੁਰੂ ਨੂੰ ਚੰਗਾ ਕਹਿੰਦਾ ਹਾਂ, ਗੁਰੂ ਦੀ ਸ਼ੋਭਾ ਤੇ ਵਡਿਆਈ ਬਾਹਰੀ ਰੂਪ ਵਿੱਚ ਕਰਦਾ ਹਾਂ। ਪਰ ਕਦੇ-ਕਦੇ ਮੇਰਾ ਮਨ ਕਿਸੇ ਗੁਰੂ ਦੇ ਹੁਕਮ ਨੂੰ ਮੰਨਣ ਤੋਂ ਇਨਕਾਰੀ ਅਤੇ ਮੁਨਕਰ ਹੈ। ਯਾਨੀ ਕਿ ਜੋ ਮੈਂ ਬਾਹਰੋਂ ਕਹਿੰਦਾ ਹਾਂ ਉਸੇ ਰੂਪ ਵਿੱਚ ਅੰਦਰੋਂ ਨਹੀਂ ਹਾਂ। ਤੇ ਜਿਹੋ ਜਿਹਾ ਮੈਂ ਅੰਦਰੋਂ ਹਾਂ ਉਹੋ ਜਿਹਾ ਬਾਹਰੋਂ ਬਣ ਕੇ ਵਿਖਾਉਂਦਾ ਨਹੀਂ, ਕਿਉਂਕਿ ਸੰਸਾਰ ਤੇ ਗੁਰੂ ਦਾ ਪਾਸਾ ਰੱਖਣ ਦਾ ਕਦੇ-ਕਦੇ ਚੇਤਾ ਆਉਂਦਾ ਹੈ। ਇਸ ਉਲਝਣ ਦੇ ਵਿੱਚ ਫਸਿਆ ਹੋਇਆ ਹਾਂ। ਮੈਂ ਸਤਿਗੁਰੂ ਨੂੰ ਪੁੱਛਾਂ, ਮਹਾਰਾਜ ਜੀ ਕੀ ਜੇ ਮੈਂ ਤੁਹਾਡੀ ਗੱਲ ਨਾ ਮੰਨਾਂ, ਤੁਹਾਡੇ ਬਚਨ ਦਾ ਹਿਰਦਿਆ ਕਰਕੇ ਮਨ ਕਰਕੇ ਸਤਿਕਾਰ ਨਾ ਕਰਾਂ, ਤੁਹਾਡੀ ਆਗਿਆ ਤੁਹਾਡੀ ਰਜ਼ਾ ਨੂੰ ਮੇਰਾ ਮਨ ਪ੍ਰਵਾਨ ਨਾ ਕਰੇ, ਇਹਦੇ ਤੋਂ ਮੁਨਕਰ ਹੋ ਜਾਏ, ਕੀ ਬਾਹਰੋਂ ਜੋ ਮੈਂ ਤੁਹਾਡੀ ਸ਼ੋਭਾ ਕਰ ਰਿਹਾ, ਜੋ ਤੁਹਾਡਾ ਸਤਿਕਾਰ ਅਦਬ ਕਰ ਰਿਹਾ, ਮੇਰਾ ਇਹ ਥਾਂ ਪਏਗਾ? ਤਾਂ ਮਹਾਰਾਜ ਆਖਦੇ ਨੇ ਨਹੀਂ। ਇਹਦਾ ਕਾਰਨ ਹੈ ਸਲਾਮ ਜਵਾਬ ਦੋਵੇਂ ਕਰੇ, ਮੁੱਢੋਂ ਕੁਥਾ ਜਾਏ, ਨਾਨਕ ਦੋਵੇਂ ਕੂੜੀਆਂ। ਸਤਿਗੁਰੂ ਕਹਿੰਦੇ ਤੇਰੇ ਦੋਵੇਂ ਕੰਮ, ਜਵਾਬ ਤੂੰ ਦਿੱਤਾ ਮੁਨਕਰ ਹੋਇਆ, ਉਹ ਤਾਂ ਥਾਂ ਪੈਣਾ ਹੀ ਨਹੀਂ ਸੀ। ਪਰ ਕੇਵਲ ਨਾਕਨ ਮੂਜ ਵਾਸਤੇ ਬਾਹਰੋਂ ਤੂੰ ਗੁਰੂ ਦੇ ਨਾਲ ਜੋ ਚੰਗੀ ਵਿਹਾਰ ਦੀ ਕੋਸ਼ਿਸ਼ ਕੀਤੀ, ਇਹ ਵੀ ਤੇਰੀ ਬਹੁਤੀ ਥਾਂ ਨਹੀਂ ਪਈ, ਇਹਨੇ ਤੈਨੂੰ ਕੋਈ ਫਾਇਦਾ ਨਹੀਂ ਦੇਣਾ।
मैं एक साखी अक्सर संगत नाल सांझी करदा हां। दशमेश पिता गुरु गोबिंद सिंह साहब महाराज आनंदपुर साहब की धरती के उत्ते अपना वास रखते सन। जिस वेले गुरु पातशाह के दरबार सवेर शाम सतसंग सजदा सी, क्योंकि वो वक्त सन दूर दराज तो संगतां आउंदियां सन, आले दुआले तो जथे बना के लोग आउंदे सन। अज वर्गे साधन नहीं सन, पैदल होना, कई कई दिनां दा पैंडा तय करके दूर दीयां संगतां ने पहुंचना, ते उन्हां दी इह कोशिश हुंदी सी भी वध तो वध लाहा खट के असीं जाईए, क्योंकि फिर पता नहीं किन्ने महीनिਆਂ बाद आउणा मिले, किन्ने वक्त बाद सानू गुरु पातशाह दे दर्शन ते संगत मिले। तो उन्हां वास्ते सवेर शाम दे सतसंग विच उन्हां ने हुब के हाज़री भरिया करनी। निकटवर्ती आले दुआले दीयां संगतां भी सवेर शाम दे दीवान विच हाज़र हुंदियां सन। एक प्रेमी सिख जिहड़ा कि रोज़ ही आउंदा, सतगुरु सच्चे पातशाह महाराज दे दर्शन करदा, सतसंग करदा, सेवा करदा, अपना तिल फुल महाराज नूं लिया के गाहे बागाहे भेटा भी करदा। एक दिन बड़ी अजीब गल वापरी बई दसम पातशाह महाराज ने जदों उस सिख ने अपना दसवंध दा कुछ ना कुछ सतगुरां दे अगे माया रखी खजाने विच पाउण लई, ते संगत विच जाके बैठ गया। कलगीधर महाराज ने इशारा किया ते उसनूं अपने कोल सद्दिया। वो कोल आया, हाथ जोड़ के पूछया, हुक्म महाराज। सतगुरां ने बड़ी हौली जई, क्योंकि सतसंग चल रहा सी, उसनूं कहा भी तू अपनी भेटा जिहड़ी तू रखी है ये तू चुक लै, ते नाल दूसरी आग्या यह कीती भी अज तो बाद असीं तैनूं इह खुल दिंदे हां कि तू सानूं नमस्कार ना कर, साडे वल्लों खुल है, अगे मर्जी तेरी है, भी सानूं इस तरह का बाहरी सत्कार करन दी लोड़ नहीं, भेटा भी धरन दी लोड़ नहीं, तू सतसंग विच आया कर, सेवा करया कर, बाणी सुनिया कर। सतगुरां दी ये आग्या पा के वो बैठते गया, क्योंकि सतसंगत चल रही सी, पर मन बेचैन हो उठिया। सतगुरु महाराज पातशाह जी दे दर ते मैं अपना तिल फुल जो भी मेरे कोलों सरदा बनदा है वो दसवंध दा पैसा, दसवंध दी माया जां कोई वस्तु पातशाह दे दर ते भेंट करदा कि सेवा लेखे लग जाए। दूसरी गल, मैं तां गुरु पातशाह दा एक सिख होण दे नाते सत्कार ते अदब करदा हां, पर गुरु पातशाह ने मैनूं ये गल्लां क्यों कहीआं? हुण देखो, सतगुरु इस गल तो भली भांत जाणू ने भी सिख किहड़ी मानसिक अवस्था विच विचर रहा है। असीं जिहड़ा जीवन जिउंदे हां, बहुता ध्यान साडा सरीरक क्रियावां वल रहिंदा है। जदों असीं महाराज दी पावन बाणी नूं पढ़ीए ते हैरानी भी हुंदी है, और सदके भी जाईदा भी महाराज ने कई गल्लां ऐसियां कहीआं जिवें सानूं शीशा विखा के महाराज ने आख्या होवे भी बंदिया रोज अपना मुख वेखदा है, चेहरा वेखदा है शीशे च, कदे अपने अंतरात्मे नूं वेखण दी कोशिश कीती है? जे तू अपना अंदर वेखना चाहे ना, जे तू अपना अंदरला पासा तकना चाहे तां बाणी नूं इस ढंग नाल पढ़ भी तैनूं बाणी विचों अपना आप नज़र आ जावे। कदे तकना असीं शीशे सामने क्यों खलोंदे हां? बंदा अपनी घरवाली नूं पुछदा है, मैं कैसा लगदा हां? दस्तार सोहनी सज गई है, वो कहेगी ठीक है। मां नूं पुछदा है, वो भी आखेगी पुत बहुत सोहना लगदा है। हुण मां दा अपना नज़रिया, पत्नी दा अपना नज़रिया, धी नूं पुछदा है, भैण नूं पुछदा है, भरा नूं, पिता नूं, परिवार दे हर एक मैंबर नूं पुछी जा रहा है भी मैं किहो जिहा लगदा। हुण सारियां दा अपना अपना हेज है, अपना अपना प्यार है, अपनी अपनी ममता है, अपना अपना नज़रिया है। असीं सुभावक है चंगे ही लगांगे। मन नूं सकून ना आया, बंदा शीशे सामने जाके खलो गया। वेखो, सारिਆਂ ਨੂੰ ਪੁੱਛਣ ਤੋਂ ਬਾਅਦ ਵੀ शीशे सामने खलोता। ਹੁਣ क्यों भला? क्योंकि मैं ਆਪਣੀਆਂ ਅੱਖਾਂ ਨਾਲ ਆਪਣੇ ਆਪ ਨੂੰ ਵੇਖ ਲਵਾਂ ਵੀ मैं वाकई ਕਿਹੋ ਜਿਹਾ लगदा, ਜਿਹੋ ਜਿਹਾ ਇਹਨਾਂ ਨੇ ਕਿਹਾ ਉਸੇ ਤਰ੍ਹਾਂ ਦਾ ਹੀ ਆ ਕਿ ਜਾਂ ਕੋਈ ਫਰਕ ਹੈ। ਆਪਣੀ ਅੱਖ ਨਾਲ ਆਪਣੇ ਆਪ ਨੂੰ ਤੱਕਣਾ ਹੋਵੇ ਤੇ ਸ਼ੀਸ਼ਾ ਹੀ ਇੱਕੋ ਇੱਕ ਸਾਧਨ ਰਹਿ ਜਾਂਦਾ। ਉਹਦੇ ਸਾਹਮਣੇ ਜਾ ਕੇ ਬੰਦਾ ਖਲੋ ਗਿਆ ਤੇ ਫਿਰ ਜਿੱਥੇ ਜਿੱਥੇ ਉਹਨੂੰ ਲੱਗਿਆ ਵੀ ਮੈਨੂੰ ਇਸ ਤਰ੍ਹਾਂ ਆਪਣੇ ਆਪ ਨੂੰ ਸਵਾਰ ਲੈਣਾ ਚਾਹੀਦਾ, ਸਵਾਰ ਲਿਆ।
ਗੁਰੂ ਗ੍ਰੰਥ ਸਾਹਿਬ ਮਹਾਰਾਜ ਦੀ ਪਾਵਨ ਬਾਣੀ ਸਾਡੇ ਲਈ ਉਹ ਸ਼ੀਸ਼ਾ ਹੈ। ਅਸੀਂ ਲੋਕਾਂ ਨੂੰ ਪੁੱਛਾਂਗੇ, ਕੋਈ ਮੈਨੂੰ ਆਖੇਗਾ ਤੇਰੇ ਚ ਆਹ ਗੁਣ ਹੈ, ਕੋਈ ਆਖੇਗਾ ਤੇਰੇ ਚ ਆਹ ਔਗਣ ਹੈ, ਕੋਈ ਆਖੇਗਾ ਤੇਰੇ ਚ ਆਹ ਚੰਗਿਆਈ ਹੈ, ਕੋਈ ਆਖੇਗਾ ਤੇਰੇ ਚ ਆਹ ਬੁਰਾਈ ਹੈ। ਚੱਲਦਾ ਰਹੇਗਾ। ਹਰ ਮਨੁੱਖ ਦਾ ਆਪਣਾ ਆਪਣਾ ਨਜ਼ਰੀਆ ਹੈ, ਮੇਰੇ ਬਾਰੇ, ਮੇਰਾ ਤੁਹਾਡੇ ਬਾਰੇ। ਕਿਸੇ ਨੂੰ ਕੋਈ ਚੀਜ਼ ਚੰਗੀ ਲੱਗਦੀ ਹੈ, ਹੋ ਸਕਦਾ ਦੂਸਰੇ ਨੂੰ ਉਹ ਬੁਰੀ ਲੱਗਦੀ ਹੋਵੇ। ਕਿਸੇ ਨੂੰ ਜਿਹੜਾ ਮੇਰੇ 'ਚ ਗੁਣ ਨਜ਼ਰ ਆ ਰਿਹਾ ਦੂਸਰੇ ਨੂੰ ਔਗਣ ਲੱਗਦਾ ਹੋਏਗਾ, ਜਿਹੜਾ ਮੇਰੇ 'ਚ ਕਿਸੇ ਨੂੰ ਔਗਣ ਨਜ਼ਰ ਆਉਂਦਾ ਦੂਸਰੇ ਲਈ ਗੁਣ ਹੋਏਗਾ। ਹਰ ਮਨੁੱਖ ਦਾ ਆਪਣਾ ਆਪਣਾ ਸਵਾਦ ਹੈ। ਔਰ ਤੁਸੀਂ ਲੋਕਾਂ ਦੀ ਸੱਥ ਵਿੱਚ ਖਲੋ ਜਾਓ ਨਾ, ਕੋਈ ਫੈਸਲਾ ਨਹੀਂ ਕਰ ਸਕੋਗੇ ਵੀ ਸਾਨੂੰ ਕਿਹੋ ਜਿਹਾ ਬਣਨਾ ਚਾਹੀਦਾ। ਕੋਈ ਕੁਝ ਆਖੇਗਾ, ਕੋਈ ਕੁਝ ਆਖੇਗਾ, ਅਸੀਂ ਕਿਸੇ ਨਿਰਣੇ ਤੇ ਨਹੀਂ ਪਹੁੰਚ ਸਕਾਂਗੇ। ਇਸੇ ਕਰਕੇ ਹੀ ਸੰਸਾਰ ਨੂੰ ਪੁੱਛਦਿਆਂ ਬੰਦਾ ਇੱਕ ਪੈਰ ਵੀ ਨਹੀਂ ਪੁੱਟ ਪਾਉਂਦਾ, ਉੱਥੇ ਹੀ ਖਲੋਤਾ ਰਹਿੰਦਾ। ਕਿਉਂਕਿ ਇੱਕ ਦੀ ਰਾਏ ਕੁਝ ਹੋਰ ਹੁੰਦੀ ਹੈ, ਦੂਸਰੇ ਦੀ ਰਾਏ ਕੁਝ ਹੋਰ ਹੁੰਦੀ ਹੈ। ਬੜਾ ਅਜੀਬ ਮਾਹੌਲ ਹੈ, ਬਹੁਤ ਅਜੀਬ ਮਾਹੌਲ। ਹੋ ਹੀ ਨਹੀਂ ਸਕਦਾ ਕਿਸੇ ਪਾਸੇ ਬੰਦਾ ਲੱਗ ਜਾਏ। ਇਸ ਵਾਸਤੇ ਸੰਸਾਰ ਨੇ ਇੱਕ ਤਰੀਕਾ ਚੁਣ ਲਿਆ ਵੀ ਬਹੁ ਗਿਣਤੀ ਜਿਹਦੇ ਹੱਕ 'ਚ ਬਾਹਾਂ ਖੜੀਆਂ ਕਰ ਦੇਵੇ ਨਾ, ਸਮਝੋ ਠੀਕ ਹੈ, ਭਾਵੇਂ ਉਹ ਨਾ ਵੀ ਠੀਕ ਹੋਵੇ, ਪਰ ਬਹੁ ਗਿਣਤੀ ਨੇ ਕਹਿ ਦਿੱਤਾ। ਗੌਰ ਕਰਨਾ ਵੀ ਇਸੇ ਕਰਕੇ ਦੁਨੀਆ ਨੇ ਫੈਸਲਾ ਬਹੁ ਗਿਣਤੀ ਦਾ ਕਰ ਲਿਆ ਨਾ, ਰਾਏ ਨਹੀਂ ਲਈ। ਜੇ ਅਸੀਂ ਲੰਬੇ ਚੱਕਰ ਵਿੱਚ ਪੈ ਜਾਈਏ, ਪੁੱਛਣ ਪਛਾਉਣ ਦੇ, ਕੋਈ ਡਿਸਾਈਡ ਨਹੀਂ ਕਰ ਸਕੇਗਾ ਕੀ ਹੋਣਾ ਚਾਹੀਦਾ, ਕੀ ਫੈਸਲਾ ਕਰੀਏ। ਇਸ ਕਰਕੇ ਮੋਟੀ ਰਾਏ ਬਣ ਗਈ ਵੀ ਬਹੁ ਗਿਣਤੀ ਦਾ ਫੈਸਲਾ ਲੈ ਲਓ, ਜਿਹਦੇ ਹੱਕ 'ਚ ਬਹੁਤੇ ਬੰਦੇ ਹੋਣਗੇ ਠੀਕ ਹੀ ਠੀਕ ਹੈ। ਔਰ ਸੰਸਾਰ ਨੇ ਵੇਖਿਆ ਇਹ ਗੱਲ ਵੀ ਬਹੁ ਗਿਣਤੀ ਵੀ ਕਈ ਵਾਰ ਜਿਹਨੂੰ ਚੁਣਦੀ ਹੈ ਨਾ, ਉਹ ਬੰਦਾ ਵੀ ਫੇਲ ਹੋ ਜਾਂਦਾ ਹੈ। ਐਸਾ ਵਾਪਰਦਾ ਸੰਸਾਰ। ਇਹਦਾ ਮਤਲਬ ਹੈ ਵੀ ਪੱਕਾ ਕੋਈ ਡਿਸਾਈਡ ਨਹੀਂ। ਸਾਨੂੰ ਜੋ ਬਾਹਰੋਂ ਨਜ਼ਰ ਆਇਆ ਸੀ ਉਹਦੇ ਹਿਸਾਬ ਨਾਲ ਕਿਸੇ ਨੂੰ ਚੰਗਾ ਕਹਿ ਲਿਆ, ਕਿਸੇ ਨੂੰ ਬੁਰਾ ਕਹਿ ਲਿਆ। ਐਸਾ ਵੀ ਵਾਪਰ ਰਿਹਾ ਹੈ। ਹੁਣ ਗੁਰੂ ਮਹਾਰਾਜ ਨੇ ਆਖਿਆ ਜੇ ਤੂੰ ਆਪਣੇ ਬਾਰੇ ਖੁਦ ਵੇਖਣਾ ਹੈ ਨਾ ਵੀ ਮੈਂ ਕੈਸਾ ਹਾਂ। ਹੁਣ ਇਹ ਵੀ ਗੱਲ ਹੁੰਦੀ ਹੈ ਕਿ ਜਿਹੜਾ ਮੈਨੂੰ ਚੰਗਾ ਆਖੇਗਾ ਨਿਸ਼ਚੈ ਮੈਂ ਆਖਾਂਗਾ ਇਹ ਬੰਦਾ ਬਹੁਤ ਸਿਆਣਾ ਹੈ, ਇਹਨੇ ਸਹੀ ਫੈਸਲਾ ਦਿੱਤਾ ਹੈ। ਤੇ ਜਿਹਨੇ ਕਹਿ ਦਿੱਤਾ ਵੀ ਭਾਈ ਤੇਰੇ 'ਚ ਔਗਣ ਹੈ, ਇਹ ਗਲਤੀ ਹੈ, ਬਾਹਰੋਂ ਤਾਂ ਭਾਵੇਂ ਮੈਂ ਮੰਨ ਜਾਵਾਂ ਪਰ ਅੰਦਰੋਂ ਮੇਰਾ ਮਨ ਇਹ ਹੀ ਕਹੇਗਾ ਇਹ ਬੰਦਾ ਸਹੀ ਨਹੀਂ, ਤੈਨੂੰ ਗਲਤ ਕਹਿੰਦਾ, ਤੇਰੀ ਗਲਤੀ ਕੱਢਦਾ, ਤੇਰਾ ਔਗਣ ਦੱਸਦਾ, ਸਹੀ ਨਹੀਂ। ਦਿਲ ਵਿੱਚ ਉਸ ਮਨੁੱਖ ਦੇ ਪ੍ਰਤੀ ਉਹੋ ਜਿਹਾ ਪਿਆਰ ਨਹੀਂ ਹੁੰਦਾ ਜਿਹੋ ਜਿਹਾ ਅਸੀਂ ਬਾਹਰੋਂ ਜਤਾ ਦਿੰਦੇ ਆ ਮਜਬੂਰੀ ਵਸ ਵੀ ਠੀਕ ਹੈ ਜੀ। ਸੋਚ, ਕਿਉਂਕਿ ਮਨੁੱਖ ਦੀ ਮਾਨਸਿਕ ਅਵਸਥਾ ਹੈ। ਇਸ ਵਾਸਤੇ ਅਸੀਂ ਆਪਣੇ ਹਿਸਾਬ ਨਾਲ ਫੈਸਲਾ ਚਾਹੁੰਦੇ ਹੁੰਦੇ ਆ ਸੰਸਾਰ 'ਚ ਵੀ ਜੋ ਮੈਂ ਸੋਚਦਾ ਵੈਸਾ ਫੈਸਲਾ ਹੋਵੇ। ਪਰ ਗੁਰੂ ਗ੍ਰੰਥ ਸਾਹਿਬ ਮਹਾਰਾਜ ਕਹਿੰਦੇ ਜੇ ਤੂੰ ਆਪਣੇ ਆਪ ਨੂੰ ਆਪ ਹੀ ਵੇਖ ਲਵੇਂ ਤਾਂ ਕਿਸੇ ਨੂੰ ਬੁਰਾ ਬਣਨ ਦੀ ਲੋੜ ਹੀ ਨਾ ਪਵੇ। ਉਹਦਾ ਕੀ ਢੰਗ ਹੈ, ਉਹਦਾ ਤਰੀਕਾ ਹੈ ਵੀ ਬਾਣੀ ਨੂੰ ਇਸ ਰੂਪ ਵਿੱਚ ਪੜ੍ਹ ਤੇ ਮਹਿਸੂਸ ਕਰ ਵੀ ਬਾਣੀ ਤੇਰੇ ਅੰਦਰ ਦੀ ਗੱਲ ਕਰ ਰਹੀ, ਜੋ ਤੂੰ ਹੈ ਤੇਰਾ ਅੰਤਰ-ਆਤਮਾ ਤੈਨੂੰ ਵਿਖਾ ਰਹੀ ਹੈ। ਗੁਰੂ ਨਾਨਕ ਮਹਾਰਾਜ ਨੇ ਸੱਜਣ ਨੂੰ ਇਹ ਨਹੀਂ ਆਖਿਆ ਤੂੰ ਠੱਗ ਹੈ, ਬੇਈਮਾਨੀ ਕਰਦਾ ਹੈ, ਪਾਪੀ ਹੈ ਤੂੰ, ਤੈਨੂੰ ਸੁਧਰ ਜਾਣਾ ਚਾਹੀਦਾ। ਸਤਿਗੁਰੂ ਜਾਣਦੇ ਸਨ ਪਹਿਲਿਆਂ ਨੇ ਜਿਹੜਾ ਆਖਿਆ ਉਹਨਾਂ ਦਾ ਤੇ ਅਸਰ ਇਹਦੇ ਤੇ ਹੋਇਆ ਨਹੀਂ। ਇੱਕ ਕੰਮ ਕੀਤਾ। ਇਤਿਹਾਸਕਾਰ ਲਿਖਦੇ ਨੇ, ਸਾਖੀਕਾਰਾਂ ਨੇ ਘਟਨਾ ਲਿਖੀ, ਮਹਾਰਾਜ ਉਹਦੀ ਸਰਾਂ 'ਚ ਜਾ ਕੇ ਬਿਰਾਜਮਾਨ ਹੋਏ। ਭਾਈ ਮਰਦਾਨਾ ਜੀ ਨੂੰ ਆਖਿਆ ਮਰਦਾਨਾ ਜੀ ਰਬਾਬ ਵਜਾਓ, ਕਰਤੇ ਦੀ ਕਾਈ ਸਿਫਤ ਕਰੀਏ। ਤੋ ਰਬਾਬ ਦੀ ਤਾਰ ਹਿੱਲੀ, ਗੁਰੂ ਨਾਨਕ ਮਹਾਰਾਜ ਨੇ ਗਾਉਣਾ ਸ਼ੁਰੂ ਕੀਤਾ। ਸ਼ਬਦ ਦੇ ਬੋਲ ਬੜੇ ਪਿਆਰੇ ਸਨ। ਇੱਕ ਸ਼ਿਕਾਰੀ ਆਪਣਾ ਨਿਸ਼ਾਨਾ ਸੇਧ ਕੇ ਬਿਲਕੁਲ ਤਿਆਰ ਬਰ ਤਿਆਰ ਖਲੋਤਾ ਹੈ। ਉਹਨੇ ਕਮਾਨ ਦੇ ਉੱਤੇ ਚੱਲਾ ਚਾੜਿਆ ਹੋਇਆ, ਉਹ ਉਡੀਕ ਕਰ ਰਿਹਾ, ਉਡੀਕ। ਨਾਲ ਦੇ ਸਾਥੀ ਨੇ ਆਖਿਆ ਕੀ ਸੋਚਦਾ ਹੈ, ਤੀਰ ਛੱਡਦਾ ਕਿਉਂ ਨਹੀਂ? ਉਹ ਸ਼ਿਕਾਰੀ ਨਿਪੁੰਨ ਸੀ, ਪਰਫੈਕਟ ਸੀ, ਕਾਹਲਾ ਨਹੀਂ ਪਿਆ। ਉਹਨੇ ਆਖਿਆ ਬਸ 1 ਮਿੰਟ ਚਾਹੀਦਾ। ਪੰਛੀ ਥੋੜਾ ਜਿਹਾ ਵੀ ਕਿਤੇ ਬਹਿ ਜਾਏ, ਇੱਕ ਪਲ ਵਾਸਤੇ ਵੀ ਬਹਿ ਜਾਏ, ਅੱਖ ਦੇ ਫੋਰ 'ਚ ਹੀ ਸਾਰਾ ਕੰਮ ਨਿਬੜ ਜਾਣਾ। ਮੈਂ ਉਡੀਕ ਕਰ ਰਿਹਾ ਵੀ ਪੰਛੀ ਬੈਠੇ, ਮੈਨੂੰ ਪਤਾ ਹੈ ਚੰਚਲ ਹੈ, ਇਸ ਟਾਹਣੀ ਤੇ ਬਹਿੰਦਾ, ਇਸ ਟਾਹਣੀ ਤੇ, ਫਿਰ ਉਥੋਂ ਦੂਜੀ ਤੇ, ਤੀਜੀ ਤੇ, ਚੌਥੀ ਤੇ, ਬਸ ਜਿੱਥੇ ਵੀ ਇਹਨੇ ਜਰਾ ਜਿੰਨਾ ਵੀ ਥੋੜਾ ਜਿਹਾ ਟਿਕਾ ਨਾਲ ਬਹਿ ਗਿਆ ਨਾ, ਉੱਥੇ ਹੀ ਤੀਰ ਚਲਾ ਦੇਣਾ। ਵੇਟ ਕਰ ਰਿਹਾ, ਉਡੀਕ ਕਰ ਰਿਹਾ ਹੈ ਉਸ ਜਗ੍ਹਾ ਦੀ ਜਿੱਥੇ ਉਹ ਇੱਕ ਪਲ ਵਾਸਤੇ ਵੀ ਠਹਿਰੇ ਤੇ ਤੀਰ ਵੱਜੇ ਤੇ ਪੰਛੀ ਘਾਇਲ ਹੋ ਕੇ ਜ਼ਮੀਨ ਤੇ ਡਿੱਗ ਪਏ।
शिकारी का अपना तजर्बा है, उन्होंने पता है भी एक पल का टिका चाहिए, एक पल भी टिक गया ना तीर उत्थे ही वज जाएगा। ऐसी अवस्था ही मनुख के मन की है, भटक रहा है। असी सोचते हैं, रोज सुनते हैं, रोज पढ़ते हैं, रोज कहते हैं, रोज गाउंदे हैं, फर्क नहीं पैंदा। सच जाणो भाई गुरदास जी भी इस गल नाल सहमत ने। वो कहंदे कोशिश करी चल, पता नहीं वो घड़ी कदों आ जाए। एक पल भी जिस दिन टिक गया, गुरु के शब्द ने इहनूं विन के रख देना। उसे दिन ही गुरु के शब्द का बाण चलना, एक पल दे सहज ने तेरा जीवन बदल के रख देना। एक पल है ते चंचल पर टिका चाहुंदा। होर एक ऐसी सबब दी घड़ी है। धन गुरु नानक महाराज जिहड़ा शब्द गा रहे हैं, उजल कहहां चिलकणा घोटिम कालड़ी मास धोतियां जूठ न उतरे जे 100 धोवां तिस सज्जण सेई नाल मैं चलदियां नाल चलन जिथे लेखा मंगीऐ तिथे खड़े दिसन रहाओ बग्गा बग्गे कपड़े तीरथ मंझ वसन घुट घुट जीआं खावणे बगे न कहियन सिमल रुख शरीर में मैजन देख पुलन शेफल कम न आमनी ते गुण मैं तन हन अंदले भार उठाया डूंगर वाट बहुत अखी लोड़ी ना लहा होन चढ़ लंघा कित चाकरियां चंगियाइयां अवर सियाणप कित नानक नाम संभाल तू बद्धा छुटै जित। शब्द गाया उन्होंने, गाउण वाला वेखो किड्डा परफेक्ट है, साजी किड्डा महान है, ते शब्द तां अगम्मी दात है, रब दी कुदरत दी आवाज है। सतगुरु वो शब्द गाउंदे हन, सज्जण दे कन्नां विच कनसो पै रही, सुन रहे बड़े ध्यान नाल, बड़े टिका नाल सुन लिया। आप मुहारा ही आके गुरु नानक महाराज दे कदमां ते टह पिया। अफसोस कर रहा है अपने आप उत्ते, दुखी है अपने आप उत्ते, उदास है अपने आप नूं लैके और परेशान है अपने औगणा तो, ते मुआफी मंग रहा है। महाराज मैनू मुआफ कर दिओ, मैनू खिमा कर दिओ, मैं चंगा बंदा नहीं हाँ। गुरु महाराज ने मुस्कुराउंदियां कहा, जे तू चंगा नहीं, बंदे नूं पता लगे भी मेरे मैल लगी है ते लाउण दी कोशिश नहीं करदा। बंदे नूं पता लग जाए मैं बीमार हाँ ते तंदुरुस्त होण दे आखिर विच लग जांदा है। जे तैनूं लगदा है भी तेरे अंदर मैल है ते कढदा क्यों नहीं, इहनूं चुक्की क्यों बैठा, इहनूं छड्ड क्यों नहीं देंदा। खोटा पैसा बंदा जेब च नहीं रखदा, घर च जां किसी आसे पासे कोने च भी, जे इहने काम ही नहीं आउणा इहनूं चुक के की करना है। इस वास्ते जे तैनूं पता लग गया है भी तेरे जो तू चुकी बैठा है, जो तू जी रहे हैं, जो तू कमा रहे हैं वो सही नहीं, ते छड्ड दे, त्याग कर दे। दा सियाणप इसे विच ही है। गुरु नानक महाराज पातशाह दे शब्द ने उन्होंने शीशा विखाया भी आ है तू, आ तेरा अंतरात्मा है, आ तेरी बनतर, बाहरों तू की इनू छड्ड, वेख तू अपने आप नूं, बस वेख लिया, तक लिया अपने आप नूं, जीवन विच तब्दीली आ गई। सदियां दे सफर करन वास्ते असी दौड़दे हां भी सदियां दे सफर नाल तब्दीली आएगी, पर वो एक पल चाहिदा है। बाणी ने कहा ना, साई घड़ी सुलखणी जित नाम जपीजै। क्यों महाराज ने बाणी दे विच ये गल कही है, नानक सोई दिन सुहावड़ा जित प्रभ आवै चित जित दिन विसरै पार ब्रह्म फिट भलेरी रुत। वो घड़ी सब तो कीमती है, कुर्बान जाई उस वेला सुहावी जित तुमरे द्वारे आया। महाराज ने आख्या मैं उस समय तो सदके जावां जदों मैं तेरे दर ते आके समर्पित हो गया। मेरे जीवन लई तां सब तो वधिया घड़ी ओही होई ना, मेरे वास्ते सब तो वधिया समा ते ओही होया ना जदों मेरी सांझ तेरे नाल बन गई। दुनिया तां बड़ा कुछ कहिंदी है, आ समा कलैणा है, आ समा सुलखणा है, आ समा वधिया है, आ समा घटिया है। गुरु कहंदे मेरे वास्ते रब दे बनाए सारे समय चंगे, मैं उहदी कुदरत च गलती क्यों कढां, मैं रब दी बनतर नूं कलैणा क्यों आखां, माड़ा क्यों आखां। वो जो करदा ठीक करदा, पर मैं मनदा हां मेरे लिए वो घड़ी यादगारी है, मेरे लिए वो पल बड़े पवित्र ने जदों सतगुरु तेरे दर उत्ते आके मैं झुक जाना। जिस घड़ी जिस पल जिस समय विच मेरे मन च तेरी याद वस जांदी है ते मैं तेरे नाल जुड़िया रहिंदा, मेरे लिए वो सारा समा बड़ा भागां भरिया, बड़ा वधिया है। कोई भी हो सकता है वो समा। गुरु ग्रंथ साहिब महाराज सच्चे पातशाह जी दे ए पावन बोल, ए बचन
ਧੰਨ ਗੁਰੂ ਗੋਬਿੰਦ ਸਿੰਘ ਸਾਹਿਬ ਮਹਾਰਾਜ ਕਹਿਣ ਲੱਗੇ ਵੀ ਤੂੰ ਅੱਜ ਤੋਂ ਬਾਅਦ ਨਾ ਭੇਟਾ ਧਰੀ, ਤੈਨੂੰ ਅਸੀਂ ਖੁੱਲ੍ਹ ਦਿੰਨੇ ਆ ਆਪਣੇ ਵੱਲੋਂ, ਬਾਕੀ ਮਰਜ਼ੀ ਤੇਰੀ ਹੈ, ਵੀ ਸਾਡਾ ਬਾਹਰੀ ਇਹ ਸਤਿਕਾਰ ਕਰਨ ਦੀ ਤੈਨੂੰ ਲੋੜ ਨਹੀਂ। ਬੇਚੈਨ ਹੈ ਮਨ। ਕਿਉਂ ਆਖਿਆ ਗੁਰੂ ਮਹਾਰਾਜ ਨੇ? ਹੋਰ ਕਿਸੇ ਨੂੰ ਇਹ ਗੱਲ ਨਹੀਂ ਕਹੀ, ਮੈਨੂੰ ਕਹੀ। ਹੁਣ ਸਤਿਗੁਰੂ ਤੇ ਮਨ ਦੀ ਬਣਤਰ ਜਾਣਦੇ ਨੇ। ਸਮਾਪਤੀ ਹੋਈ ਦੀਵਾਨ ਦੀ, ਬੇਚੈਨੀ ਵਿੱਚ ਹੀ ਸਮਾਂ ਬੀਤਿਆ। ਗੁਰੂ ਮਹਾਰਾਜ ਕੋਲ ਆਇਆ, ਹੱਥ ਜੋੜ ਕੇ, ਸਤਿਗੁਰੂ ਨਾ ਤੁਹਾਡੀ ਬਾਣੀ ਸੁਣ ਸਕਿਆ ਹਾਂ, ਨਾ ਇੱਥੇ ਬੈਠ ਕੇ ਮਨ ਨੂੰ ਸਕੂਨ ਆਇਆ ਹੈ, ਤੁਹਾਡੀਆਂ ਕਹੀਆਂ ਹੋਈਆਂ ਗੱਲਾਂ ਨਾਲ ਮਨ ਬੇਚੈਨ ਹੋਈ ਗਿਆ। ਕਿਉਂ ਆਖਿਆ ਹੋਏਗਾ? ਕੀ ਵਜ੍ਹਾ ਹੋਏਗੀ? ਸਤਿਗੁਰੂ ਪਾਤਸ਼ਾਹ ਨੇ ਪੁੱਛਿਆ। ਕਹਿਣ ਲੱਗੇ, ਫਿਰ ਉੱਤਰ ਚਾਹੁੰਦਾ ਹੈ, ਜਵਾਬ ਚਾਹੁੰਦਾ ਹੈ? ਹਾਂ ਮਹਾਰਾਜ, ਚਾਹੁੰਦਾ ਹਾਂ। ਕਿਉਂ ਆਖਿਆ ਮੈਨੂੰ ਐਸਾ? ਸਤਿਗੁਰੂ ਪਾਤਸ਼ਾਹ ਕਹਿਣ ਲੱਗੇ ਵੀ ਦੱਸ, ਅਸੀਂ ਰੋਜ਼ ਵੇਖਦੇ ਹਾਂ ਤੂੰ ਹਾਜ਼ਰੀ ਭਰਦਾ, ਇੱਕ ਦਿਨ ਤੂੰ ਨਹੀਂ ਆਉਂਦਾ, ਔਰ ਉਹ ਦਿਨ ਤੇਰਾ ਹਫ਼ਤੇ ਦਾ, ਸਾਰੇ ਸਪਤਾਹ ਦਾ ਬੜਾ ਖਾਸ ਹੈ। ਕਿੱਥੇ ਰਹਿਣਾ? ਅੱਖਾਂ ਨੀਵੀਆਂ ਕਰ ਲਈਆਂ। ਕਹਿਣ ਲੱਗਿਆ, ਮਹਾਰਾਜ ਹੁਣ ਤੁਹਾਡੇ ਤੋਂ ਕਿਹੜੀ ਗੱਲ ਗੁੱਝੀਏ, ਤੁਸੀਂ ਸਮਝ ਹੀ ਗਏ ਹੋਵੋਗੇ। ਮੈਂ ਉਸ ਦਿਨ ਸਖੀ ਸਰਵਰ ਦੀ ਪੂਜਾ ਕਰਨ ਵਾਸਤੇ ਜਾਣਾ। ਹਜ਼ੂਰ ਨੇ ਆਖਿਆ, ਉਹ ਕਿਉਂ ਭਾਈ? ਮਹਾਰਾਜ ਮੇਰੇ ਪਿਤਾ ਜੀ ਕਰਦੇ ਸਨ, ਦਾਦਾ ਜੀ ਕਰਦੇ ਸਨ, ਕਈ ਪੀੜ੍ਹੀਆਂ ਤੋਂ ਸਾਡੇ ਪਰਿਵਾਰ ਵਿੱਚ ਸਖੀ ਸਰਵਰ ਦੀ ਪੂਜਾ ਹੁੰਦੀ ਹੈ। ਵੀਰਵਾਰ ਉੱਥੇ ਚਲਿਆ ਜਾਂਦਾ ਹਾਂ, ਰੋਟ ਚੜਾਉਂਦਾ ਹਾਂ ਭਰਾਈ ਦੇ, ਉਸ ਜਗ੍ਹਾ ਦੇ ਉੱਤੇ ਦੀਵੇ ਚਿਰਾਗ ਜਗਾਉਂਦਾ ਹਾਂ, ਹਾਜ਼ਰੀ ਭਰ ਕੇ ਆਉਂਦਾ ਹਾਂ। ਮਹਾਰਾਜ ਨੇ ਕਿਹਾ, ਆਖਰ ਕਿਉਂ? ਕਹਿਣ ਲੱਗਿਆ, ਜੀ ਮਨ ਵਿੱਚ ਇੱਕ ਡਰ ਹੈ ਕਿ ਬਾਪ ਵੀ ਜਾਂਦਾ ਰਿਹਾ, ਦਾਦਾ ਵੀ ਜਾਂਦਾ ਰਿਹਾ, ਕਈ ਪੀੜ੍ਹੀਆਂ ਤੋਂ ਨਾ ਗਏ ਤੇ ਖੌਰੇ ਕੀ ਹੋ ਜਾਏ, ਜੇ ਨਾ ਗਏ ਤਾਂ ਕੀ ਹੋ ਜਾਏ। ਬੰਦਾ ਭਟਕਦਾ ਹੈ ਦੋ ਗੱਲਾਂ ਕਰਕੇ, ਧਿਆਨ ਦੇਣਾ। ਇੱਕ ਤੇ ਇਸ ਡਰ ਕਰਕੇ ਵੀ ਜੇ ਨਾ ਕੀਤਾ ਤੇ ਪਤਾ ਨਹੀਂ ਕੀ ਹੋਏਗਾ, ਤੇ ਦੂਸਰੀ ਵਜ੍ਹਾ ਹੈ ਵੀ ਜੇ ਚਲੇ ਗਏ ਤੇ ਖੌਰੇ ਆ ਮਿਲ ਹੀ ਜਾਏ। ਲਾਲਚ ਤੇ ਡਰ ਕਰਕੇ ਬੰਦਾ ਭਟਕ ਰਿਹਾ, ਜਿੱਥੇ ਵੀ ਭਟਕ ਰਿਹਾ, ਜੇ ਮੈਂ ਨਾ ਗਿਆ ਪਤਾ ਨਹੀਂ ਕੀ ਹੋਏ। ਇਹ ਹੁਣ ਮਨ ਅੰਦਰ ਭਰਮ ਬਹਿ ਗਿਆ। ਹੁਣ ਨੁਕਸਾਨ ਭਾਵੇਂ ਵੈਸੇ ਹੀ ਹੋ ਜਾਏ ਕੁਦਰਤੀ, ਉਹਦੇ ਨਾਲ ਜੋੜ ਕੇ ਵੇਖਣਾ ਸ਼ੁਰੂ ਕਰ ਦਿੰਦੇ। ਵੇਖਿਆ ਉਹ ਗੱਲ ਹੋਈ ਨਾ, ਕਿਉਂਕਿ ਮਨ 'ਚ ਗੱਲ ਬੈਠੀ ਹੋਈ ਹੈ। ਤੁਸੀਂ ਅੰਦਾਜ਼ਾ ਲਾਓ, ਵੈਸੇ ਹੀ ਆਪਾਂ ਜੀਵਨ ਹੈ, ਜੀਵਨ ਵਿੱਚ ਨੁਕਸਾਨ ਵੀ ਹੁੰਦਾ ਹੈ, ਨਫਾ ਵੀ ਹੁੰਦਾ ਹੈ, ਜੀਵਨ ਵਿੱਚ ਸੁੱਖ ਵੀ ਆਉਂਦੇ ਨੇ, ਦੁੱਖ ਵੀ ਆਉਂਦੇ ਨੇ, ਪਰ ਜਿਹੜਾ ਭਰਮ ਵਹਿਮ ਬਹਿ ਗਿਆ ਹੋਵੇ ਨਾ ਮਨ ਵਿੱਚ ਬੰਦੇ ਦੇ, ਜੇ ਨੁਕਸਾਨ ਹੋਇਆ, ਦੁੱਖ ਆਇਆ, ਕੋਈ ਘਟਨਾ ਵਾਪਰ ਗਈ, ਉਹਦੇ ਨਾਲ ਜੋੜ ਕੇ ਵੇਖਣਗੇ ਲੋਕ। ਵੇਖਿਆ ਤਾਂ ਹੋਇਆ ਸਾਰਾ ਕੁਝ, ਹੋਇਆ ਤੇ ਕੁਦਰਤੀ ਹੈ, ਪਰ ਜੋੜ ਕੇ ਉਹਦੇ ਨਾਲ ਵੇਖ ਲਿਆ। ਹੁਣ ਫਾਇਦਾ ਹੋਇਆ, ਖੁਸ਼ੀ ਹੋਈ, ਕੋਈ ਚੰਗਾ ਕੰਮ ਹੋ ਗਿਆ, ਵੇਖਿਆ ਉਹਦੇ ਉੱਥੇ ਜਾਣ ਕਰਕੇ ਹੋਇਆ ਤਾਂ ਕੁਦਰਤੀ ਹੈ, ਪਰ ਜੋੜ ਉਹਦੇ ਨਾਲ ਲਿਆ। ਯਾਨੀ ਕਿ ਮਨ ਉੱਥੇ ਜੁੜਿਆ ਹੋਇਆ ਹੈ, ਹਰ ਇੱਕ ਚੰਗਾ ਜਾਂ ਮਾੜਾ ਕੰਮ ਉਹਦੇ ਨਾਲ ਜੋੜ ਕੇ ਵੇਖਿਆ ਜਾਣਾ, ਉਹਦੇ ਨਾਲ ਜੋੜ ਕੇ। ਇੱਕ ਸੱਜਣ ਨੇ ਬੜੀ ਪਿਆਰੀ ਗੱਲ ਲਿਖੀ, ਮੈਂ ਉਹ ਪੜ੍ਹੀ, ਉਹਦੇ ਵਿੱਚ ਜ਼ਿਕਰ ਹੈ। ਕਹਿਣ ਲੱਗੇ ਵੀ ਇੱਕ ਧਾਰਮਿਕ ਪੁਜਾਰੀ ਜਿਹੜਾ ਨਾ ਲੋਕਾਂ ਨੂੰ ਇਹ ਕਹਿੰਦਾ ਵੀ ਮੇਰੇ ਕੋਲ ਜਿਹੜਾ ਆਏਗਾ ਮੈਂ ਉਹਦੀ ਝੋਲੀ 'ਚ ਸੇਬ ਪਾਵਾਂਗਾ, ਬੇਟਾ ਹੋਏਗਾ, ਬੱਚਾ ਹੋਏਗਾ। ਹੁਣ 100 ਲੋਕ ਜਾਂਦੇ ਨੇ, ਸੁਭਾਵਿਕ ਗੱਲ ਹੈ, ਕੁਦਰਤ ਦਾ ਨਿਯਮ ਹੈ। 100 ਦੇ 100 ਵਿੱਚੋਂ ਨਾ ਤਾਂ ਸਾਰਿਆਂ ਦੇ ਬੇਟੀਆਂ ਹੋਣੀਆਂ ਨੇ, ਨਾ 100 ਦੇ 100 ਵਿੱਚੋਂ ਸਾਰਿਆਂ ਦੇ ਬੇਟੇ ਹੋਣੇ ਨੇ, ਤੇ ਨਾ ਹੀ 100 ਦੇ 100 ਵਿੱਚੋਂ ਕੁਝ ਐਸੇ ਵੀ ਹੋਣਗੇ ਜਿਨ੍ਹਾਂ ਦੇ ਨਾ ਬੇਟਾ ਨਾ ਬੇਟੀ। ਨੈਚੁਰਲ ਹੈ, ਕੁਦਰਤੀ ਹੈ, ਐਸੇ ਕੇਸ ਭਾਵੇਂ ਘੱਟ ਹੋਣਗੇ। ਹੁਣ ਤੁਸੀਂ ਜਿਨ੍ਹਾਂ ਦੇ ਬੇਟੇ ਹੋ ਗਏ, ਮੰਨ ਲਓ ਉਹਨਾਂ ਦੀ ਗਿਣਤੀ 40 ਹੈ ਜਾਂ 50 ਹੈ ਜਾਂ 60 ਹੈ, ਉਹ ਤਾਂ ਜਦੋਂ ਅਗਲੀ ਵਾਰ ਆਉਣਗੇ ਢੋਲ ਵਜਾਉਂਦੇ ਆਉਣਗੇ, ਉਹਨਾਂ ਨੂੰ ਤਾਂ ਸਾਰਿਆਂ ਨੇ ਵੇਖਣਾ। ਦਾਅਵਾ ਤੇ ਬੰਦਾ ਇਹ ਕਰ ਰਿਹਾ ਸੀ ਵੀ ਪੁੱਤਰ ਹੋਏਗਾ ਜਿਹਦੀ ਝੋਲੀ 'ਚ ਮੈਂ ਸੇਬ ਪਾ ਦਿਆਂਗਾ। ਹੁਣ 60 ਪਰਿਵਾਰਾਂ ਦੇ ਘਰਾਂ ਵਿੱਚ ਬੇਟੇ ਹੋ ਗਏ, 40 ਦੇ ਨਹੀਂ ਹੋਏ, ਕੁਦਰਤੀ ਸੀ। ਉਹ ਜਿੰਨਾ 40 ਦੇ ਬੇਟੀਆਂ ਹੋਈਆਂ ਉਹ ਚੁੱਪ ਕਰਕੇ ਬਹਿ ਗਏ। ਉਹਨਾਂ ਸੋਚਿਆ ਸਾਡੇ ਭਾਗ ਹੀ ਮਾੜੇ ਨੇ, ਉਹਨਾਂ ਦੇ ਵੀ ਤਾਂ ਬੇਟੇ ਹੋਏ ਨੇ। ਪਰ ਬਾਬੇ ਦਾ, ਉਸ ਪੁਜਾਰੀ ਦਾ ਜਿਹੜਾ ਦਾਅਵਾ ਸੀ ਉਹ ਤੇ ਝੂਠਾ ਹੋ ਗਿਆ ਨਾ। ਹੁਣ ਜੇ ਉਹਨਾਂ ਨੇ ਆਖਿਆ ਵੀ ਸਾਡੇ ਉੱਤੇ ਤੇਰਾ ਫੈਸਲਾ ਲਾਗੂ ਕਿਉਂ ਨਹੀਂ ਹੋਇਆ, ਉਹ ਆਖੇਗਾ ਤੁਹਾਡੇ ਕਰਮ ਮਾੜੇ ਨੇ, ਤੁਹਾਡੀ ਭਾਵਨਾ ਸ਼ੁੱਧ ਨਹੀਂ ਸੀ, ਤੁਹਾਡੇ ਵਿੱਚ ਆਹ ਗਲਤੀ ਸੀ, ਉਹ ਗਲਤੀ। ਉਹ ਤਾਂ ਵਿਚਾਰੇ ਚੁੱਪ ਕਰਾ ਦਿੱਤੇ ਜਾਣਗੇ। ਜਿਨ੍ਹਾਂ ਦੇ 60 ਪਰਿਵਾਰਾਂ ਦੇ ਬੇਟੇ ਹੋ ਗਏ, ਉਹਨਾਂ ਨੇ ਢੋਲ ਵਜਾਉਂਦੇ ਆਉਣਾ,
ਉਹਨਾਂ ਨੇ ਭੇਟਾ ਦੇਣੀਆਂ ਨੇ, ਉਹਨਾਂ ਲਾਗੇ ਹੋਰ ਲੋਕਾਂ ਨੂੰ ਦੱਸਣਾ, ਪ੍ਰਚਾਰ ਹੋ ਗਿਆ, 100 ਫੇਰ ਆ ਜਾਏਗਾ। ਉੱਥੇ ਵੀ ਇਹ ਗੱਲ ਯਾਨੀ ਕਿ ਇਸ ਤਰ੍ਹਾਂ ਗਿਣਤੀ ਵੱਧਦੀ ਜਾਏਗੀ ਜਿਹੜੇ ਜੁੜਨ ਵਾਲੇ ਨੇ। ਤੇ ਜਿਨ੍ਹਾਂ ਦੇ ਉੱਤੇ ਦਾਵਾ ਸੱਚ ਸਾਬਤ ਨਹੀਂ ਹੋਇਆ, ਵਿਚਾਰੇ ਆਪਣਾ ਭਾਣਾ ਮੰਨ ਕੇ ਚੁੱਪ ਕਰਕੇ ਬਹਿ ਜਾਣਗੇ। ਉਹਨਾਂ ਤੇ ਰੌਲਾ ਪਾਉਣਾ ਨਹੀਂ ਵੀ ਸਾਡਾ ਇਥੋਂ ਸਾਨੂੰ ਮਿਲਿਆ ਕੱਖ ਨਹੀਂ। ਵੈਸੇ ਸਮਾਂ ਬਦਲ ਗਿਆ। ਗੁਰਮਤ ਨੇ ਗੱਲ ਸਾਨੂੰ ਪਹਿਲਾਂ ਹੀ ਦੱਸੀ ਸੀ, ਪਰ ਅਸੀਂ ਖੁੰਝੇ ਰਹੇ ਵੀ ਬੇਟਾ ਤੇ ਬੇਟੀ ਦੋਵੇਂ ਹੀ ਇੱਕ ਸਮਾਨ ਨੇ, ਦੋਵੇਂ ਹੀ ਇੱਕ ਸਮਾਨ ਨੇ। ਗੁਰੂ ਨਾਨਕ ਮਹਾਰਾਜ ਨੇ ਆਪਣੇ ਹੀ ਸਿੱਖ ਸਭ ਤੋਂ ਪਹਿਲਾਂ ਇੱਕ ਔਰਤ ਨੂੰ ਬਣਾਇਆ, ਬੇਬੇ ਨਾਨਕੀ। 5 ਸਾਲ ਉਮਰ ਵਿੱਚ ਗੁਰੂ ਨਾਨਕ ਪਾਤਸ਼ਾਹ ਤੋਂ ਵੱਡੀ ਸਤਿਗੁਰਾਂ ਨੇ ਸਿੱਖੀ ਬਖਸ਼ੀ ਤੇ ਸਭ ਤੋਂ ਪਹਿਲਾਂ ਔਰਤ ਨੂੰ ਬਖਸ਼ੀ। ਵੇਖੋ, ਇਹ ਮਾਣ ਦੀ ਗੱਲ ਹੈ ਸਿੱਖ ਧਰਮ ਵਾਸਤੇ, ਕਿੱਡੇ ਮਾਣ ਦੀ ਗੱਲ ਵੀ ਗੁਰੂ ਨਾਨਕ ਦੇ ਘਰ ਵਿੱਚ ਗੁਰੂ ਨਾਨਕ ਪਾਤਸ਼ਾਹ ਸਿੱਖੀ ਵਿੱਚ ਪ੍ਰਵੇਸ਼ ਕਰਵਾਉਂਦੇ ਨੇ, ਸਭ ਤੋਂ ਪਹਿਲਾਂ ਇੱਕ ਔਰਤ ਨੂੰ ਪ੍ਰਵੇਸ਼ ਕਰਾਉਂਦੇ ਨੇ। ਏਡੀ ਵੱਡੀ ਮਾਣ ਦੀ ਗੱਲ ਕਿਸੇ ਹੋਰ ਮਜ਼ਹਬ ਵਿੱਚ ਤੁਹਾਨੂੰ ਵੇਖਣ ਲਈ ਨਹੀਂ ਮਿਲਦੀ। ਫਿਰ ਮਹਾਰਾਜ ਦੇ ਬਚਨ ਅਸੀਂ ਸਾਰੇ ਪੜ੍ਹਦੇ ਤੇ ਜਾਣਦੇ ਹਾਂ, ਸੋ ਕਿਉ ਮੰਦਾ ਆਖੀਏ ਜਿਤ ਜੰਮੈ ਰਾਜਾਨ। ਗੁਰੂ ਮਹਾਰਾਜ ਨੇ ਏਡਾ ਵੱਡਾ ਮਾਣ ਤੇ ਸਨਮਾਨ ਸਤਿਕਾਰ ਦਿੱਤਾ। ਹੁਣ ਬੇਬੇ ਨਾਨਕੀ ਜੀ ਦੀਆਂ ਸਾਖੀਆਂ ਨਾ ਪੜ੍ਹੋ ਤੇ ਗੱਲ ਬਣਦੀ ਨਹੀਂ। ਗੁਰੂ ਨਾਨਕ ਮਹਾਰਾਜ ਦਾ ਜੀਵਨ ਪੜ੍ਹੋ ਤੇ ਬੇਬੇ ਨਾਨਕੀ ਦਾ ਨਾਂ ਨਾ ਛੱਡ ਜਾਓ ਤੋ ਕੀ ਨਹੀਂ ਬਣਦੀ। ਤੁਸੀਂ ਮਾਤਾ ਤ੍ਰਿਪਤਾ ਦੇ ਜੀਵਨ ਦੀ ਘਾਲਣਾ ਭੁੱਲ ਜਾਓ, ਕਹਾਣੀ ਅੱਗੇ ਨਹੀਂ ਤੁਰੇਗੀ। ਤੁਸੀਂ ਮਾਤਾ ਖੀਵੀ, ਜਿਨ੍ਹਾਂ ਦਾ ਜ਼ਿਕਰ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੇ ਵਿੱਚ ਆਇਆ, ਉਹਨਾਂ ਤੋਂ ਬਿਨਾਂ ਅੱਗੇ ਗੱਲ ਤੋਰ ਹੀ ਨਹੀਂ ਸਕਦੇ। ਮਾਤਾ ਸਾਹਿਬ ਕੌਰ ਹੈ, ਮਾਤਾ ਭਾਗੋ ਹੈ, ਮਹਾਰਾਣੀ ਸਦਾ ਕੌਰ, ਬੜੀਆਂ ਐਸੀਆਂ ਨੇਕ ਵਕਤ ਮਹਾਨ, ਬੀਬੀ ਭਾਨੀ ਜੀ, ਮਾਤਾ ਗੁਜਰ ਕੌਰ ਜੀ, ਕੈਸੇ ਮਹਾਨ ਜੀਵਨ ਨੇ ਜਿਨ੍ਹਾਂ ਦੀ ਗੱਲ ਗੁਰਮਤ ਦੇ ਇਤਿਹਾਸ ਵਿੱਚ, ਪੰਥ ਦੇ ਇਤਿਹਾਸ ਵਿੱਚ ਰੌਸ਼ਨ ਹੈ। ਸੋ ਮੈਂ ਬੇਨਤੀ ਇਹ ਕਰ ਰਿਹਾ, ਗੁਰੂ ਨਾਨਕ ਧੰਨ ਗੁਰੂ ਗੋਬਿੰਦ ਸਿੰਘ ਸਾਹਿਬ ਮਹਾਰਾਜ ਨੇ ਆਖਿਆ ਵੀ ਫਿਰ ਡਰ ਕਰਕੇ ਜਾਣਾ ਹੈ, ਅੰਦਰੋਂ ਦੁਖੀ ਹੈ ਤਾਂ ਜਾਣਾ ਹੈ, ਤੇਰੇ ਅੰਦਰ ਭੈ ਬੈਠਾ, ਸਹਿਮ ਬੈਠਾ ਹੋਇਆ ਤਾਂ ਜਾਣਾ। ਹਾਂ ਮਹਾਰਾਜ। ਹਜ਼ੂਰ ਨੇ ਆਖਿਆ ਤਾਂ ਹੀ ਤੇ ਤੈਨੂੰ ਖੁੱਲ੍ਹ ਦਿੱਤੀ, ਅਸੀਂ ਨਹੀਂ ਚਾਹੁੰਦੇ ਸਾਡਾ ਕੋਈ ਪਿਆਰਾ ਦੁਖੀ ਹੋਵੇ। ਹੁਣ ਤੂੰ ਉੱਥੇ ਵੀ ਭੇਟਾ ਦੇਣੀ ਹੁੰਦੀ ਏ, ਇੱਥੇ ਵੀ ਆ ਕੇ ਦਸਵੰਧ ਦਿੰਨਾ ਹੈ। ਅਸੀਂ ਤਾਂ ਪਿਆਰਿਆ ਤੈਨੂੰ ਸੌਖਿਆਂ ਕਰਨਾ ਚਾਹੁੰਦੇ ਹਾਂ ਵੀ ਤੇਰੇ ਤੇ ਬੋਝ ਕਾਹਨੂੰ ਪਵੇ। ਤੂੰ ਕਿਰਤੀ ਬੰਦਾ ਹੈ, ਮਸਾਂ ਹੀ ਕਿਰਤ ਕਰਦਾ ਹੈ, ਪਰਿਵਾਰ ਵੀ ਪਾਲਣਾ ਹੈ। ਅਸੀਂ ਵੇਖ ਤੈਨੂੰ ਤੇਰੇ ਉੱਤੇ ਕੋਈ ਪਾਬੰਦੀ ਨਹੀਂ ਲਾਈ, ਪਰ ਤੈਨੂੰ ਸੌਖਿਆਂ ਕਰਨ ਦਿਆਂ ਮਾਰਿਆਂ ਆਖਿਆ ਵੀ ਕਿਉਂ ਦੁਖੀ ਹੋਵੇਂ ਤੂੰ। ਭੇਟਾ ਉੱਥੇ ਵੀ ਚੜਾਉਣਾ ਹੈ, ਇੱਥੇ ਆ ਕੇ ਵੀ ਦਿੰਨਾ ਹੈ, ਕਿਰਤ ਕਮਾਈ ਓਨੀ ਕਹੇ, ਕਿਉਂ ਐਵੇਂ ਪਰੇਸ਼ਾਨ ਹੁੰਨਾ। ਉੱਥੇ ਵੀ ਮੱਥੇ ਟੇਕਣੇ ਹੋਏ, ਉੱਥੇ ਵੀ ਸਤਿਕਾਰ ਕਰਨਾ ਹੋਇਆ। ਇਸ ਕਰਕੇ ਮਹਾਰਾਜ ਕਹਿੰਦੇ ਅਸੀਂ ਤਾਂ ਪਿਆਰਿਆ ਤੇਰਾ ਭਲਾ ਕੀਤਾ ਵੀ ਐਵੇਂ ਸਮਾਂ ਆਪਣਾ ਜਿਹੜਾ ਹੈ ਖਰਾਬ ਨਾ ਕਰ। ਤੇ ਦੂਸਰੀ ਗੱਲ ਏ, ਤੈਨੂੰ ਜੀ ਆਇਆ, ਇਸੇ ਕਰਕੇ ਤੈਨੂੰ ਆਖਿਆ ਸੇਵਾ ਕਰਿਆ ਕਰ, ਸਤ ਸੰਗ ਕਰਿਆ ਕਰ, ਕਿਉਂਕਿ ਸਤ ਸੰਗ ਤੇ ਸੇਵਾ ਕਰਦਿਆਂ ਹੋਇਆਂ ਤੇਰੀ ਮਾਨਸਿਕ ਅਵਸਥਾ, ਆਤਮਿਕ ਅਵਸਥਾ ਬਦਲ ਜਾਏਗੀ। ਜਦੋਂ ਤੈਨੂੰ ਸਮਝ ਆ ਗਈ ਤੂੰ ਗੁਰੂ ਦੇ ਨਾਨਕ ਦੇ ਦਰ ਦਾ ਹੋ ਜਾਏਗਾ। ਪਰ ਆਹ 2 ਗੱਲਾਂ ਤੋਂ ਅਸੀਂ ਤੈਨੂੰ ਇਸ ਕਰਕੇ ਛੋਟ ਦਿੱਤੀ ਏ ਵੀ ਸਾਨੂੰ ਚੰਗਾ ਨਹੀਂ ਲੱਗਦਾ ਤੂੰ ਇੰਨਾ ਦੁੱਖ, ਇੰਨੀ ਪਰੇਸ਼ਾਨੀ ਸੇੜਦਾ ਹੈ, ਇੰਨੀ ਮਿਹਨਤ ਤੈਨੂੰ ਕਰਨੀ ਪੈ ਰਹੀ ਹੈ, ਸਾਨੂੰ ਤੇਰੇ ਤੇ ਤਰਸ ਆਇਆ। ਮਹਾਰਾਜ ਤੁਸੀਂ ਮੇਰੇ ਬਾਰੇ ਇੰਨਾ ਸੋਚੇ? ਗੁਰੂ ਪਾਤਸ਼ਾਹ ਕਹਿਣ ਲੱਗੇ, ਹਾਂ ਪਿਆਰਿਆ ਤੈਨੂੰ ਪਤਾ ਹੈ ਸਿੱਖ ਜਦੋਂ ਆਪਣੇ ਗੁਰੂ ਦੇ ਅੱਗੇ ਸਿਰ ਝੁਕਾਉਂਦਾ ਹੈ ਤਾਂ ਉਹਦੇ ਪਿੱਛੇ ਕੀ ਭਾਵਨਾ ਹੁੰਦੀ ਹੈ? ਉਹਦੇ ਪਿੱਛੇ ਇਹ ਭਾਵਨਾ ਹੁੰਦੀ ਹੈ ਵੀ ਹੇ ਸਤਿਗੁਰੂ ਤੇਰੇ ਤੋਂ ਬਿਨਾਂ ਮੇਰਾ ਕੋਈ ਨਹੀਂ, ਤੂੰ ਹੀ ਮੇਰਾ ਹੈ, ਮੈਂ ਤੇਰੇ ਦਰ ਦੇ ਉੱਤੇ ਸਮਰਪਿਤ ਹਾਂ। ਸਿੱਖ ਜਦੋਂ ਗੁਰੂ ਅੱਗੇ ਸਿਜਦਾ ਕਰਦਾ ਹੈ ਤੇ ਉਹ ਆਪਣੇ ਸਿਦਕ ਦੀ ਗੁਰੂ ਦੇ ਅੱਗੇ ਆ ਕੇ ਪ੍ਰਮਾਣ ਦਿੰਦਾ ਹੈ ਵੀ ਮੇਰਾ ਸਿਦਕ ਤੇਰੇ ਉੱਤੇ ਹੈ, ਮੇਰਾ ਯਕੀਨ ਤੇ ਭਰੋਸਾ ਤੇਰੇ ਉੱਤੇ ਹੈ। ਇਸੇ ਕਰਕੇ ਸਿੱਖ ਧਰਮ ਦੇ ਵਿੱਚ ਸਿੱਖ ਨੂੰ ਇਹ ਆਗਿਆ ਕੀਤੀ ਜਾਂਦੀ ਹੈ ਵੀ ਗੁਰੂ ਤੋਂ ਬਿਨਾਂ ਕਿਸੇ ਅੱਗੇ ਤੂੰ ਸਿਰ ਨਹੀਂ ਝੁਕਾਉਣਾ। ਕੋਈ ਧਾਰਮਿਕ ਸ਼ਖਸੀਅਤ ਹੋਵੇ, ਕੋਈ ਵੱਡਾ ਹੋਵੇ, ਕੋਈ ਛੋਟਾ ਹੋਵੇ, ਸਾਰਿਆਂ ਨੂੰ ਆਗੇ ਆਵਤ ਸਿੰਘ ਜੋ ਪਾਵੈ, ਵਾਹਿਗੁਰੂ ਜੀ ਕੀ ਫਤਿਹ ਬੁਲਾਵੇ। ਸਭ ਤੋਂ ਵੱਡਾ ਸਤਿਕਾਰ ਕੀ ਹੈ ਵੀ ਤੁਸੀਂ ਫਤਿਹ ਦੀ ਸਾਂਝ ਕਰੋ। ਰੱਬ ਚੇਤੇ ਆਇਆ, ਗੁਰੂ ਚੇਤੇ ਆਇਆ, ਨਾਲੇ ਸਤਿਕਾਰ ਹੋ ਗਿਆ। ਇਹੀ ਗੱਲ ਹੈ ਨਾ ਵੀ ਕਿਸੇ ਦੇ ਗੋਡੀ ਹੱਥ ਨਾ ਲਾਓ, ਕਿਸੇ ਦੇ ਪੈਰੀ ਨਾ ਪਵੋ, ਕਿਸੇ ਅੱਗੇ ਡੰਡੌਤ ਨਾ ਕਰੋ, ਨਮਸਕਾਰ ਕੇਵਲ ਗੁਰੂ ਨੂੰ ਕਰੋ, ਬਾਕੀ ਸਾਰਿਆਂ ਨਾਲ ਫਤਿਹ ਦੀ ਸਾਂਝ ਪਾਓ। ਇਹ ਹੈ ਗੁਰਮਤ ਦਾ ਸਿਧਾਂਤ, ਅਕੀਦਾ।
ਔਰ ਵੇਖੋ ਇਹਦੇ ਵਿੱਚ ਬਰਾਬਰਤਾ ਵੀ ਹੋ ਗਈ, ਇਹਦੇ ਵਿੱਚ ਸਤਿਕਾਰ ਵੀ ਹੋ ਗਿਆ, ਸਾਰੀਆਂ ਗੱਲਾਂ ਇਹਦੇ ਵਿੱਚ ਆ ਗਈਆਂ। ਇਹ ਨਿਯਮ ਐਡਾ ਮਹਾਨ ਹੈ ਗੁਰੂ ਨਾਨਕ ਦੇ ਘਰ ਦਾ ਵੀ ਕੋਈ ਕਿਸੇ ਦੇ ਅੱਗੇ ਨਿਊਣ ਦੀ, ਕਿਸੇ ਵਿਅਕਤੀ ਦੀ, ਕਿਸੇ ਚੀਜ਼ ਦੀ ਪੂਜਾ ਨਾ ਕਰੇ। ਸਿੱਖ ਕੇਵਲ ਗੁਰੂ ਅੱਗੇ ਝੁਕੇ, ਕਿਉਂਕਿ ਗੁਰੂ ਦਾ ਉਪਦੇਸ਼ ਮੰਨਦਾ ਹੈ, ਗੁਰੂ ਤੇ ਸਿਦਕ ਰੱਖਣਾ ਹੈ। ਇਹ ਗੱਲਾਂ ਸਾਨੂੰ ਇਸ ਕਰਕੇ ਗੁਰੂ ਗੋਬਿੰਦ ਸਿੰਘ ਸਾਹਿਬ ਨੇ ਬਚਨ ਪੜ੍ਹ ਕੇ ਸੁਣਾਇਆ ਬਾਣੀ ਦਾ, ਸਿਦਕ ਕਰ ਸਿਜਦਾ ਮਨ ਕਰ ਮਕਸੂਦ, ਜੇ ਧਿਰ ਦੇਖਾਂ ਤੇ ਧਿਰ ਮੌਜੂਦ। ਪਾਤਸ਼ਾਹ ਕਹਿੰਦੇ ਸਿਦਕ ਦਾ ਸਿਜਦਾ ਕਰ, ਉਸ ਦਿਨ ਨਮਸਕਾਰ ਕਰੀ ਜਦੋਂ ਤੇਰੇ ਅੰਦਰ ਸਿਦਕ ਹੋਵੇ, ਯਕੀਨ ਹੋਵੇ, ਵਿਸ਼ਵਾਸ ਹੋਵੇ। ਹੁਣ ਇਹ ਭਰਮ ਨੇ ਜਿਹੜੇ ਗੁਰੂ ਨੇ ਅੰਦਰੋਂ ਕੱਢ ਦਿੱਤੇ ਤੇ ਸਿੱਖ ਗੁਰੂ ਦਾ ਹੋ ਗਿਆ। ਆਖਿਆ ਮਹਾਰਾਜ ਭੁੱਲਿਆ ਸਾਂ, ਰੋਜ਼ ਬਾਣੀ ਵੀ ਵੇਖੋ ਸੁਣਦਾ ਵੀ ਉਹ ਤੂੰ ਕਰਤਾਰ ਕਰੈ, ਵੀ ਤੂੰ ਕਰਤਾ ਹੈ, ਜੋ ਤੂੰ ਕਰਨਾ ਨਾ ਹੋਣਾ ਉਹੀ ਹੈ। ਅਸੀਂ ਸੋਚਦੇ ਫਲਾਨੇ ਦਾ ਕੀਤਾ ਹੋ ਗਿਆ ਤੇ ਮਕਾਣੇ ਦਾ, ਪਰ ਨਹੀਂ, ਕਰਨ ਵਾਲਾ ਤੇ ਤੂੰ ਹੈ। ਕਰਨ ਕਾਰਨ ਪ੍ਰਭ ਏਕ ਹੈ, ਦੂਸਰ ਨਾਹੀ ਕੋਈ। ਯਕੀਨ ਕਰਨ ਦੀ ਗੱਲ ਹੈ ਨਾ, ਗੁਰੂ ਨੇ ਤਾਂ ਗੱਲ ਸਮਝਾ ਦਿੱਤੀ। ਮੇਰੇ ਹਰਿ ਜੀਓ ਸਭ ਕੋ ਤੇਰਾ ਵਸ, ਅਸਾਂ ਜ਼ੋਰ ਨਾਹੀ ਜੇ ਕਿਛ ਕਰ ਹਮ ਸਾਕੈ, ਜਿਉ ਭਾਵੈ ਤੇ ਮੈਂ ਬਖਸ਼। ਭਾਈ ਮਤ ਕੋਈ ਜਾਣੂ ਕਿਸੀ ਕਹਿ ਕਿਛ ਹਾਥ ਹੈ, ਸਭ ਕਰੇ ਕਰਾਇਆ ਜਰਾ ਮਰਾ ਤਾਪ ਸਿਰਤ ਸਾਪ, ਸਭ ਹਰ ਕੈ ਵਸ ਹੈ, ਕੋਈ ਲਾਗ ਨਾ ਸਕੈ ਬਿਨ ਹਰ ਕਾ ਲਾਇਆ। ਫਿਰ ਇਸੇ ਕਰਕੇ ਤਾਂ ਕਿ ਤੂੰ ਕਰਤਾਰ ਕਰੈ ਸੋ ਹੋਏ, ਤੇਰਾ ਜ਼ੋਰ ਤੇਰੀ ਮਨ ਟੇਕ, ਸਦਾ ਸਦਾ ਜਾਪ ਨਾਨਕ ਏਕ। ਔਰ ਅੱਗੇ ਜਾ ਕੇ ਆਖਿਆ ਸਭ ਉਪਰ ਪਾਰ ਬ੍ਰਹਮ ਦਾ ਤਾਰ, ਤੇਰੀ ਟੇਕ ਤੇਰਾ ਆਧਾਰ ਹੈ ਤੂੰ ਹੈ, ਤੂੰ ਹੋਵਨਹਾਰ ਅਗੰਮ ਅਗਾਧ ਊਚ ਅਪਾਰ। ਤੇਰੇ ਤੋਂ ਵੱਡਾ ਕੋਈ ਨਹੀਂ, ਤੂੰ ਹੀ ਸਾਰੇ ਕਾਰਨਾਂ ਦਾ ਕਰਤਾ, ਸਾਰੀ ਸ੍ਰਿਸ਼ਟੀ ਤੇ ਹੁਕਮ ਦਾ ਮਾਲਕ। ਇਸ ਵਾਸਤੇ ਤੁਧ ਨੂੰ ਛੋੜ ਪ੍ਰਭ ਜਾਈਏ ਕਹਿ ਧਰ, ਤੈਨੂੰ ਛੱਡ ਕੇ ਕਿਹੜੀ ਧਿਰ ਵਾਲੇ ਪਾਸੇ ਜਾ ਕੇ ਖਲੋਵਾਂ, ਹੋਰ ਕੋਈ ਹੈ ਹੀ ਨਹੀਂ ਤੇਰੇ ਵਰਗਾ। ਆਨ ਨਾ ਬੀਆ ਤੇਰੀ ਸੰਸਰ, ਗੁਰੂ ਅਰਜਨ ਸਾਹਿਬ ਕਹਿੰਦੇ ਕੋਈ ਹੋਰ, ਬੀਆ ਦਾ ਅਰਥ ਹੁੰਦਾ ਹੋਰ, ਸੰਸਰ ਦਾ ਅਰਥ ਹੁੰਦਾ ਬਰਾਬਰ, ਕੋਈ ਹੋਰ ਤੇਰੇ ਬਰਾਬਰੀ ਕਰਨ ਵਾਲਾ ਹੈ ਹੀ ਨਹੀਂ। ਇਸ ਕਰਕੇ ਹੇ ਅਕਾਲ ਪੁਰਖ ਜੀ, ਤੂੰ ਹੀ ਸਭ ਤੋਂ ਵੱਡਾ ਹੈ। ਤੋ ਗਰੀਬ ਨਵਾਜ ਸਾਨੂੰ ਇਹਨਾਂ ਬਚਨਾਂ ਵਿੱਚ ਸਮਝਾਉਂਦੇ ਨੇ, ਮੇਰੇ ਮਨ ਸੱਚਾ ਉਪਦੇਸ਼ ਤੈਨੂੰ ਦੇ ਰਿਹਾ ਹਾਂ, ਸੁਣ ਸਤ ਕਹੋ ਸੁਣ ਮਨ ਮੇਰੇ ਮਨ ਸੁਣ। ਸ਼ਰਨ ਪਰੋ ਹਰ ਰਾਏ, ਕੇਵਲ ਇੱਕ ਕਾਇਨਾਤ ਸੰਸਾਰ ਦੇ ਮਾਲਕ ਪ੍ਰਭੂ ਦੀ ਸ਼ਰਣਾ, ਉਹਨੂੰ ਸਮਰਪਿਤ ਹੋ। ਕਹਿੰਦੇ ਨੇ ਉਕਤ ਸਿਆਣਪ ਸਗਲ ਤਿਆਗ। ਉਕਤ ਦਾ ਅਰਥ ਹੁੰਦਾ ਹੈ ਝੂਠੀਆਂ ਦਲੀਲਾਂ ਛੱਡ ਦੇ, ਜਿਨ੍ਹਾਂ ਨਾਲ ਤੇਰਾ ਜੀਵਨ ਨਹੀਂ ਸਵਰਨਾ। ਆਪਣੇ ਝੂਠ, ਆਪਣੇ ਹੰਕਾਰ ਦੇ ਹੱਕ ਵਿੱਚ ਦਲੀਲ ਨਾ ਦੇ। ਸਿਆਣਪ ਦਾ ਅਰਥ ਹੈ ਬਹੁਤੀਆਂ ਚਲਾਕੀਆਂ ਤੇ ਚਤੁਰਾਈਆਂ ਨਾ ਕਰ। ਉਕਤ ਸਿਆਣਪ ਸਗਲ ਤਿਆਗ, ਨਾਨਕ ਲਏ ਸਮਾਏ। ਜਿਹੜਾ ਇਹ ਤਿਆਗ ਦਿੰਦਾ ਹੈ, ਇਹ ਨਾਨਕ ਅਕਾਲ ਪੁਰਖ ਉਹਨੂੰ ਆਪਣੇ ਵਿੱਚ ਅਭੇਦ ਕਰ ਲੈਂਦਾ, ਆਪਣੇ ਜਿਹਾ ਬਣਾ ਲੈਂਦਾ। ਪੌੜੀ ਵਿੱਚ ਆਖਦੇ ਹਨ, ਸੱਸਾ ਸਿਆਣਪ ਛਾੜ ਇਆਨਾ, ਹੇ ਅਣਜਾਣ ਮਨੁੱਖ, ਹੇ ਜੀਵਨ ਦੀ ਸਹੀ ਸੂਝ ਤੋਂ ਸਖਣੇ ਮਨੁੱਖ, ਸੱਚ ਤੋਂ ਵਿਰਵੇ ਬੰਦੇ, ਆਪਣੀਆਂ ਚਤੁਰਾਈਆਂ ਚਲਾਕੀਆਂ ਨੂੰ ਤਿਆਗ ਦੇ। ਹਿਕਮਤ ਹੁਕਮ ਨਾ ਪ੍ਰਭ ਪਤੀਆਨਾ, ਨਾ ਤਾਂ ਉਹ ਹੁਜਤਾਂ ਕਰਨ ਨਾਲ ਖੁਸ਼ ਹੁੰਦਾ ਹੈ, ਨਾ ਆਪਣੇ ਝੂਠ ਦੇ ਪੱਖ ਵਿੱਚ ਦਲੀਲਾਂ ਦੇਣ ਨਾਲ ਉਹ ਖੁਸ਼ ਹੁੰਦਾ ਹੈ, ਨਾ ਚਲਾਕੀਆਂ ਤੇ ਚੁਸਤੀਆਂ ਦੇ ਨਾਲ ਉਹ ਖੁਸ਼ ਹੁੰਦਾ ਹੈ। ਸਾਫ਼ ਦੇ ਲਾਉਣ ਦੀ ਕੋਸ਼ਿਸ਼ ਕਰ, ਮਨ ਨੂੰ ਸਾਵਾਂ ਤੇ ਪੱਧਰਾ ਕਰ। ਫਰੀਦਾ ਮਨ ਮੈਦਾਨ ਕਰ, ਟੋਏ ਟਿੱਬੇ ਲਾ। ਪੱਧਰਾ ਰਹਿ, ਮਨ ਸਾਦਾ ਕਰ, ਸਿੱਧਾ ਹੋ, ਅੰਦਰ ਦੇ ਵੜ ਛੱਡ ਦੇ। ਔਰ ਕਹਿੰਦੇ ਨੇ ਇਹਨਾਂ ਕੰਮਾਂ ਨੂੰ ਜੇ ਤੂੰ ਇਹ ਕਰ ਰਿਹਾ ਤਾਂ ਫਿਰ ਉਹ ਪ੍ਰਭੂ ਤੇਰੇ ਉੱਤੇ ਖੁਸ਼ ਨਹੀਂ ਹੋਏਗਾ। ਨਾ ਉਹ ਚਲਾਕੀਆਂ ਤੇ ਰੀਝਦਾ, ਨਾ ਝੂਠੀਆਂ ਦਲੀਲਾਂ ਤੇ ਰੀਝਦਾ, ਨਾ ਉਹ ਹਿਕਮਤਾਂ ਹੁਜਤਾਂ ਤੇ ਨਾ ਉਹ ਦਾਅਵਿਆਂ ਦੇ ਉੱਤੇ। ਹੁਕਮ ਦਾ ਅਰਥ ਹੁੰਦਾ ਦਾਅਵੇ ਕਰਨੇ, ਨਾ ਝੂਠੇ ਦਾਅਵੇ ਕਰਨ ਨਾਲ ਹੀ ਉਹ ਰੀਝਦਾ। ਮੈਂ ਜਿੰਨਾ ਮਰਜ਼ੀ ਦਾਅਵਾ ਕਰੀ ਜਾਵਾਂ ਮੈਂ ਰੱਬ ਦੇ ਨੇੜੇ ਹਾਂ, ਪਰ ਜੇ ਮੇਰੀ ਸਾਂਝ ਨਹੀਂ ਰੱਬ ਤੇ ਜਾਣਦਾ ਹੈ, ਹਾਂ ਦੁਨੀਆ ਦੇ 4 ਬੰਦੇ ਮੇਰੇ ਮਗਰ ਲੱਗ ਸਕਦੇ ਨੇ, ਇਹ ਹੋ ਸਕਦਾ ਹੈ ਵੱਧ ਤੋਂ ਵੱਧ। ਜੋ ਗਰੀਬ ਨਵਾਜ ਆਖਦੇ ਨੇ, ਸਹਸ ਭਾਂਤ ਕਰੇ ਚਤੁਰਾਈ। ਸੈਂਕੜੇ ਕਿਸਮਾਂ ਦੀਆਂ ਬੰਦਿਆਂ ਤੂੰ ਚਤੁਰਾਈਆਂ ਚਲਾਕੀਆਂ ਖੇਡਦਾ। ਸੰਗ ਤੁਹਾਰੇ ਇੱਕ ਨਾ ਜਾਈ, ਪਰ ਰੱਬ ਦੇ ਰਾਹ ਦੇ ਉੱਤੇ ਤੁਰਨ ਲੱਗਿਆ ਇੱਕ ਨੇ ਵੀ ਤੇਰਾ ਸਾਥ ਨਹੀਂ ਦੇਣਾ। ਭਾਵ ਇਹਨਾਂ ਚੋਂ ਇੱਕ ਵੀ ਤੈਨੂੰ ਅੰਦਰੋਂ ਸਚਿਆਰਾ ਤੇ ਧਰਮੀ ਬਣਾਉਣ ਦੀ ਤਾਕਤ ਨਹੀਂ ਰੱਖਦੀ।
ਸੋ ਸੋ ਜਪ ਦਿਨ ਰਾਤੀ। ਕੇਵਲ ਉਹ ਹੈ, ਕੇਵਲ ਉਹੀ ਇੱਕ ਸਾਰਿਆਂ ਦਾ ਮਾਲਕ ਹੈ। ਉਹਨੂੰ ਹੀ ਦਿਨ ਰਾਤ ਹਰ ਵੇਲੇ ਦ੍ਰਿੜ ਕਰ, ਚੇਤੇ ਵਿੱਚ ਰੱਖ। ਰੇ ਜੀ, ਹੇ ਮੇਰੀ ਆਤਮਾ, ਮੇਰੇ ਜੀ, ਮੇਰੀ ਜਿੰਦੇ, ਚੱਲੈ ਤੁਹਾਰੈ ਸਾਥੀ। ਉਹ ਇੱਕੋ ਹੀ ਤੇਰਾ ਹਰ ਵੇਲੇ ਸਾਥ ਦੇਣ ਵਾਲਾ, ਤੇਰੇ ਨਾਲ ਰਹਿਣ ਵਾਲਾ ਤੇਰਾ ਸੰਗੀ ਹੈ। ਸਾਧ ਸੇਵਾ ਲਾਵੈ ਜਿਹ ਆਪੇ। ਉਹ ਅਕਾਲ ਪੁਰਖ ਮਿਹਰ ਕਰਕੇ ਜਿਸ ਨੂੰ ਆਪ ਗੁਰੂ ਦੀ ਸੇਵਾ ਵਿੱਚ ਲਾ ਦਿੰਦਾ ਹੈ, ਜਿਸ ਦੇ ਉੱਤੇ ਬਖਸ਼ਿਸ਼ ਹੋ ਗਈ ਵੀ ਉਹ ਗੁਰੂ ਦੀ ਸੰਗਤ, ਗੁਰੂ ਦੀ ਨੇੜਤਾ ਪਾ ਲਵੇ। ਨਾਨਕ ਤਾ ਕਉ ਦੁਖ ਨਾ ਵਿਆਪੈ। हे ਨਾਨਕ, ਉਸ ਨੂੰ ਆਤਮਕ ਤੇ ਮਾਨਸਿਕ ਕਲੇਸ਼ ਜਿਹੜੇ ਹਨ, ਵਿਕਾਰਾਂ ਦੇ ਨਹੀਂ ਵਿਆਪਦੇ, ਅਗਿਆਨਤਾ ਦੇ ਕਲੇਸ਼ ਨਹੀਂ ਵਿਆਪਦੇ। ਗੁਰੂ ਪਾਤਸ਼ਾਹ ਅਗਲੇ ਸ਼ਲੋਕ ਤੇ ਪੌੜੀ ਵਿੱਚ ਬਖਸ਼ਿਸ਼ ਕਰਦੇ ਨੇ। ਸ਼ਲੋਕ ਹਰ ਹਰ ਮੁਖ ਤੇ ਬੋਲਣਾ, ਮਨ ਉਠੈ ਸੁਖ ਹੋਇ। ਨਾਨਕ ਸਭ ਮਹਿ ਰਵ ਰਹਿਆ, ਥਾਨ ਥਨੰਤਰ ਸੋਇ। ਪੌੜੀ ਹੀਰੋਂ ਘਾਟ ਘਾਟ ਸਗਲ ਕੈ, ਪੂਰ ਰਹੇ ਭਗਵਾਨ। ਹੋਵਤ ਆਏ ਸਦ ਸਦੀਵ, ਦੁਖ ਭੰਜਨ ਗੁਰ ਗਿਆਨ। ਹਉ ਛੁਟਕੈ ਹੋਏ ਆਨੰਦ ਤਿਹ, ਹਉ ਨਾਹੀ ਤਹ ਆਪ। ਹਤੇ ਦੁਖ ਜਨਮ ਮਰਨ, ਸੰਤ ਸੰਗ ਪ੍ਰਤਾਪ। ਹਿਤ ਕਰ ਨਾਮ ਦ੍ਰਿੜੈ ਦਇਆਲਾ, ਸੰਤਹ ਸੰਗ ਹੋਤ ਕਿਰਪਾਲਾ। ਪੂਰੈ ਕਛੂ ਨ ਕਿਨਹੂ ਕੀਆ, ਨਾਨਕ ਸਭ ਕਛ ਪ੍ਰਭ ਤੇ ਹੁਆ। ਇਸ ਪਾਵਨ ਬਾਣੀ ਦੀ 51 ਨੰਬਰ ਪੌੜੀ ਤੇ ਸ਼ਲੋਕ ਹੈ। ਸ਼ਲੋਕ ਵਿੱਚ ਗੁਰੂ ਅਰਜਨ ਸਾਹਿਬ ਮਹਾਰਾਜ ਕਹਿੰਦੇ ਨੇ, ਹਰ ਹਰ ਮੁਖ ਤੇ ਬੋਲਣਾ, ਮਨ ਉਠੈ ਸੁਖ ਹੋਏ। ਅਸੀਂ ਆਪਣੀ ਰਸਨਾ ਤੋਂ ਰੱਬ ਰੱਬ ਕਹੀਏ, ਰੱਬ ਰੱਬ ਕਰੀਏ। ਸਾਡੀ ਜ਼ਬਾਨ, ਸਾਡੀ ਰਸਨਾ ਚੁਗਲੀ ਤੋਂ, ਨਿੰਦਾ ਤੋਂ, ਝੂਠ ਤੋਂ ਔਰ ਕੌੜੇ ਬਚਨਾਂ ਤੋਂ ਮੁਕਤ ਹੋ ਜਾਏ। ਭਾਵ ਵੀ ਰੱਬੀ ਗੁਣਾਂ ਦੀ ਪ੍ਰੈਕਟਿਸ ਕਰ, ਕਬੂਲ ਕਰ, ਅਸੈਪਟ ਕਰ ਰੱਬ ਦੇ ਗੁਣਾਂ ਨੂੰ। ਤੁਸੀਂ ਇੱਕ ਬਚਨ ਮੈਂ ਸਾਂਝਾ ਕਰਦਾ ਹਾਂ। ਜਦੋਂ ਕਿਸੇ ਨੂੰ ਕਿਸੇ ਜ਼ਿੰਮੇਵਾਰੀ ਦੇ ਅਹੁਦੇ ਉੱਤੇ ਬਿਠਾਉਣ ਦਾ ਵਕਤ ਆਉਂਦਾ ਹੈ, ਤਾਂ ਇੱਕ ਨਿਯਮ ਹੈ ਵੀ ਸਭ ਤੋਂ ਪਹਿਲਾਂ ਉਸ ਨੂੰ ਸਹੁੰ ਚੁਕਾਈ ਜਾਂਦੀ ਹੈ। ਇੱਕ ਬੰਦਾ ਅੱਗੇ ਅੱਗੇ ਪੇਪਰ ਪੜ੍ਹਦਾ ਹੈ, ਦੂਸਰਾ ਦੂਸਰੇ ਪਾਸੇ ਜਿਸ ਨੇ ਉਸ ਅਹੁਦੇ ਉੱਤੇ ਬੈਠਣਾ ਹੈ, ਉਹਨੂੰ ਉਹ ਪੜ੍ਹਾਇਆ ਜਾਂਦਾ ਹੈ ਕਿ ਮੈਂ ਕਸਮ ਲੈਂਦਾ ਹਾਂ, ਮੈਂ ਕਬੂਲ ਕਰਦਾ ਹਾਂ, ਮੈਂ ਆਪਣੇ ਅਹੁਦੇ ਦੀ ਜ਼ਿੰਮੇਵਾਰੀ ਚੰਗੀ ਤਰ੍ਹਾਂ ਨਿਭਾਵਾਂਗਾ, ਮੈਂ ਆਪਣੇ ਅਹੁਦੇ ਨਾਲ ਧੋਖਾ ਧੱਕਾ ਨਹੀਂ ਕਰਾਂਗਾ, ਵਗੈਰਾ ਵਗੈਰਾ। ਇੱਕ ਤਕਨੀਕ ਹੈ ਨਾ, ਢੰਗ ਹੈ। ਧਰਮ ਦੀ ਦੁਨੀਆ ਵਿੱਚ ਇੱਕ ਹੋਰ ਚੀਜ਼ ਹੈ। ਇੱਥੇ ਜਦੋਂ ਕਿਸੇ ਨੂੰ ਜ਼ਿੰਮੇਵਾਰੀ ਦੇ ਅਹੁਦੇ ਉੱਤੇ ਬਿਠਾਇਆ ਜਾਏ ਤਾਂ ਕੋਸ਼ਿਸ਼ ਕੀਤੀ ਜਾਂਦੀ ਹੈ ਵੀ ਤੂੰ ਅਰਦਾਸ ਕਰ, ਵੀ ਅਕਾਲ ਪੁਰਖ ਕੋਲੋਂ ਮੰਗ ਕਰ ਵੀ ਮੈਂ ਆਪਣੀ ਜ਼ਿੰਮੇਵਾਰੀ ਇਮਾਨਦਾਰੀ ਨਾਲ ਨਿਭਾ ਸਕਾਂ, ਮੈਂ ਆਪਣਾ ਕੰਮ ਗੁਰੂ ਦੀ, ਪਰਮੇਸ਼ਰ ਦੀ, ਅਕਾਲ ਪੁਰਖ ਦੀ ਭੈ ਭਾਵਨੀ ਵਿੱਚ ਰਹਿ ਕੇ ਕਰ ਸਕਾਂ, ਮੈਂ ਆਪਣੇ ਜੀਵਨ ਨੂੰ ਸੁਚੱਜੇ ਢੰਗ ਨਾਲ ਆਪਣੇ ਕੰਮ ਨੂੰ ਨਿਭਾ ਸਕਾਂ। ਇਹ ਗੱਲਾਂ ਦੋਵੇਂ ਹੀ ਤਕਰੀਬਨ ਇੱਕਸਾਰ ਨੇ, ਦੋਵੇਂ ਹੀ ਇੱਕਸਾਰ ਨੇ। ਭਾਵ ਵੀ ਕਬੂਲ ਕਰਨਾ ਵੀ ਮੈਂ ਜਿਹੜਾ ਕੰਮ ਕਰਨ ਲੱਗਿਆ ਹਾਂ, ਮੈਂ ਇਸ ਨੂੰ ਪੂਰੀ ਸੰਜੀਦਗੀ, ਇਮਾਨਦਾਰੀ ਦੇ ਨਾਲ ਨਿਭਾਉਣ ਦੀ, ਸਾਫ਼ ਦਿਲ ਨਾਲ ਕਰਨ ਦੀ ਕੋਸ਼ਿਸ਼ ਕਰਾਂਗਾ। ਜਦੋਂ ਅਸੀਂ ਅਕਾਲ ਪੁਰਖ ਦੇ, ਮਹਾਰਾਜ ਨੇ ਸਾਨੂੰ ਆਖਿਆ ਸਿਫਤ ਕਰ, ਰਸਨਾ ਗੁਣ ਗੋਪਾਲ ਨਿਧ ਗਾਇਨ, ਸ਼ਾਂਤ ਸਹਿਜ ਰਹੱਸ ਮਨ ਉਪਜਿਓ, ਸਗਲੇ ਦੁਖ ਭਲਾਇਣ। ਅਸੀਂ ਇਹਦਾ ਉਚਾਰਨ ਕਈ ਵਾਰ ਰਹਿਸ ਕਰ ਦਿੰਦੇ ਹਾਂ। ਰਹਿਸ ਨਹੀਂ, ਰਹੱਸ। ਰਹੱਸ ਦਾ ਅਰਥ ਹੁੰਦਾ ਹੈ ਖੁਸ਼ੀ, ਕਿਉਂਕਿ ਰਹਿਸ ਦਾ ਅਰਥ ਹੈ ਟਿਕਾ। ਸ਼ਾਂਤ ਸ਼ਬਦ ਪਹਿਲੋਂ ਆ ਗਿਆ, ਸ਼ਾਂਤ, ਸਹਿਜ, ਰਹੱਸ ਮਨ ਉਪਜਿਓ, ਖੇੜਾ, ਆਤਮਕ ਵਿਗਾਸ, ਆਤਮਕ ਆਨੰਦ ਦੀ ਗੱਲ ਹੈ। ਖੈਰ, ਪਾਤਸ਼ਾਹ ਕਹਿੰਦੇ ਨੇ ਸਗਲੇ ਦੁਖ ਭਲਾਇਣ। ਆਪਣੀ ਰਸਨਾ ਤੋਂ ਅਕਾਲ ਪੁਰਖ ਦੇ ਗੁਣ ਗਾ, ਰੱਬ ਦੀ ਸਿਫਤੋ ਸਲਾਹ ਤੇ ਵਡਿਆਈ ਕਰ,
ਕਬੂਲ ਕਰ ਆਪਣੀ ਰਸਨਾ ਤੋਂ ਵਾਹਿਗੁਰੂ ਤੂੰ ਵੱਡਾ ਹੈ, ਤੂੰ ਬੇਅੰਤ ਹੈ, ਤੂੰ ਸਾਰੇ ਜੀਆਂ ਦਾ ਪਾਲਣਹਾਰ ਹੈ, ਤੇਰੇ ਜਿਹਾ ਹੋਰ ਕੋਈ ਨਹੀਂ, ਤੂੰ ਨਿਰਭਉ ਹੈ, ਤੂੰ ਨਿਰਵੈਰ ਹੈ। ਹੁਣ ਮਹਾਰਾਜ ਕਹਿੰਦੇ ਨੇ ਫਿਰ ਅਗਲਾ ਕੰਮ ਵੀ, ਅਗਲਾ ਕਦਮ ਪੁੱਟ, ਹਰ ਹਰ ਮੁਖ ਤੇ ਬੋਲਣਾ। ਅੱਗੇ ਕਹਿੰਦੇ ਮਨ ਬੂਠ ਹੈ। ਜਦੋਂ ਉਹਦੀ ਯਾਦ ਮਨ ਵਿੱਚ ਵਸ ਜਾਏ ਨਾ, ਉਹਦੇ ਗੁਣ ਮਨ ਵਿੱਚ ਵਸ ਜਾਣ, ਟਿਕ ਜਾਣ, ਫਿਰ ਪਤਾ ਕੀ ਹੁੰਦਾ ਹੈ? ਸੁਖ ਹੋਏ। ਫਿਰ ਆਤਮਿਕ ਸੁਖ ਮਿਲਦਾ ਹੈ, ਫਿਰ ਆਤਮਿਕ ਆਨੰਦ ਦੀ ਦਾਤ ਪ੍ਰਾਪਤ ਹੁੰਦੀ ਹੈ। ਵੈਸੇ ਮੈਂ ਇੱਕ ਬੇਨਤੀ ਕਰਦੇ ਹਾਂ, ਧਰਮ ਪ੍ਰਚਾਰਕ ਹਾਂ, ਇਸ ਕਰਕੇ ਗੱਲ ਤੁਹਾਡੇ ਨਾਲ ਸਾਂਝੀ ਕਰ ਰਿਹਾ, ਕਿਉਂਕਿ ਹਰ ਇੱਕ ਗੱਲ ਨਾਲ ਸਾਡਾ ਵਾਹ ਵਾਸਤਾ ਜਿਹੜਾ ਹੈ ਉਹ ਨਿਰੰਤਰ ਬਣਦਾ ਰਹਿੰਦਾ। ਪਰ ਜਿੰਨੀ ਕੋ ਮਤ ਬੁੱਧ ਹੈ, ਇਹ ਕੋਸ਼ਿਸ਼ ਵੀ ਕਰੀਦੀ ਹੈ ਵੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੀ ਪਾਵਨ ਬਾਣੀ ਵਿੱਚੋਂ ਵੀ ਆਪਾਂ ਸਮਝੀਏ, ਗੁਰਸਿੱਖਾਂ ਵੱਲ ਵੀ ਵੇਖੀਏ ਕਿ ਕਿਹੜੀ ਗੱਲ ਕਿਸ ਢੰਗ ਨਾਲ ਕਿਸ ਤਰ੍ਹਾਂ ਹੋਣੀ ਚਾਹੀਏ। ਔਰ ਸਾਡੇ ਲਈ ਪ੍ਰਮਾਣਿਕ ਸਭ ਤੋਂ ਜੋ ਅਹਿਮ ਸੁਪਰੀਮ ਹੈ, ਉਹ ਧੰਨ ਗੁਰੂ ਗ੍ਰੰਥ ਸਾਹਿਬ ਮਹਾਰਾਜ ਦਾ ਉਪਦੇਸ਼ ਹੈ। ਉਹਦੇ ਬਰਾਬਰ ਤੁਲ ਹੋਰ ਕੋਈ ਰਾਏ ਨਹੀਂ ਹੋ ਸਕਦੀ। ਸਾਡੇ ਵਿੱਚ ਅਕਸਰ ਦੋ ਗੱਲਾਂ ਚੱਲਦੀਆਂ ਹਨ। ਕੁਝ ਸੱਜਣ ਕਹਿਣਗੇ ਵੀ ਅਸੀਂ ਇਸ ਤਰ੍ਹਾਂ ਵਾਹਿਗੁਰੂ ਵਾਹਿਗੁਰੂ ਕਰੀਏ, ਕੁਝ ਸੱਜਣ ਉਸ ਗੱਲ ਦਾ ਵਿਰੋਧ ਵੀ ਕਰਨ ਵਿੱਚ ਉਤਰ ਆਉਣਗੇ। ਐਸਾ ਇੱਕ ਮਾਹੌਲ ਜਿਹਾ ਸਿੱਖੀ ਦੇ ਅੰਦਰ ਸਾਨੂੰ ਸੰਗਤ ਵਿੱਚ ਕਈ ਜਗ੍ਹਾ ਤੇ ਵੇਖਣ ਨੂੰ ਮਿਲਦਾ ਹੈ। ਮੈਂ ਜੋ ਇਸ ਬਾਰੇ ਆਪਣੀ ਨਿੱਜੀ ਰਾਏ ਰੱਖਦਾ ਔਰ ਗੁਰੂ ਪਾਤਸ਼ਾਹ ਮਹਾਰਾਜ ਦੀ ਮੱਤ ਮੁਤਾਬਕ ਇਹ ਹੈ, ਮੇਰੀ ਜਾਚੇ ਬਹੁਤਾ ਸਾਡੇ ਵਿੱਚ ਝਮੇਲਾ ਜਿਹੜਾ ਤਕਨੀਕ ਨੂੰ ਲੈ ਕੇ ਹੈ। ਤਕਨੀਕ ਨੂੰ, ਕਿਉਂਕਿ ਜਦੋਂ ਅਸੀਂ ਆਪਣੀਆਂ ਤਕਨੀਕਾਂ ਦੱਸਣ ਲੱਗ ਪਏ ਨਾ, ਇਵੇਂ ਨਹੀਂ। ਹੁਣ ਵਾਹਿਗੁਰੂ ਤਾਂ ਕਹਿਣਾ ਸਾਡੀ ਪੰਥਕ ਮਰਿਆਦਾ ਵਿੱਚ ਲਿਖਿਆ ਹੈ, ਸਿੱਖ ਪਹਿਰ ਰਾਤ ਰਹਿੰਦੀ ਭਾਵ ਅੰਮ੍ਰਿਤ ਵੇਲੇ ਉੱਠੇ, ਵਾਹਿਗੁਰੂ ਵਾਹਿਗੁਰੂ ਕਹਿੰਦਿਆਂ ਹੋਇਆ ਆਪਣਾ ਨਿਤਨੇਮ ਬਾਣੀ ਪੜ੍ਹੇ, ਆਪਣਾ ਸਰੀਰ ਦੀ ਸੋਧਨਾ, ਸਾਰਾ ਕੁਝ ਉਹਦੇ ਵਿੱਚ ਅੰਮ੍ਰਿਤ ਵੇਲੇ ਦੇ ਚੈਪਟਰ ਵਿੱਚ ਲਿਖਿਆ ਹੋਇਆ। ਭਾਵ ਇਹ ਸਿੱਖ ਦੇ ਅਭਿਆਸ ਦਾ, ਸਿੱਖ ਦਾ ਇਹ ਫਰਜ਼ ਹੈ, ਪਹਿਲੂ ਹੈ ਉਹਦੇ ਜੀਵਨ ਦਾ ਇੱਕ। ਤੁਸੀਂ ਫਤਿਹ ਸਾਂਝੀ ਕਰਦੇ ਹੋ ਤੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਆਖਦੇ ਹੋ। ਵਾਹਿਗੁਰੂ ਸ਼ਬਦ ਜਿਹੜਾ ਹੈ ਉਹ ਗੁਰੂ ਦੀ ਸ਼ੋਭਾ, ਅਕਾਲ ਪੁਰਖ ਦੀ ਵਡਿਆਈ ਦੇ ਪ੍ਰਥਾਏ ਸਿੱਖ ਸੱਭਿਆਚਾਰ ਨੇ ਪ੍ਰਵਾਨ ਕੀਤਾ। ਸਮਝਣਾ, ਭਾਵੇਂ ਕਿਸੇ ਗੁਰੂ ਪਾਤਸ਼ਾਹ ਮਹਾਰਾਜ ਦੀ ਬਾਣੀ ਵਿੱਚ ਇਸ ਇਕੱਠਾ ਜੁੜਤ ਸ਼ਬਦ ਨਹੀਂ, ਭੱਟ ਸਾਹਿਬਾਨਾਂ ਦੀ ਬਾਣੀ ਚ ਆਇਆ ਸੰਧੀ ਛੇਦ ਸ਼ਬਦ ਆਇਆ, ਪਰ ਇਸ ਗੱਲ ਤੋਂ ਇਨਕਾਰ ਨਹੀਂ ਹੋ ਸਕਦਾ ਵੀ ਵਾਹਿਗੁਰੂ ਸ਼ਬਦ ਅਸੀਂ ਅਕਾਲ ਪੁਰਖ ਨੂੰ, ਗੁਰੂ ਨੂੰ ਯਾਦ ਕਰਨ ਵਾਸਤੇ ਵਰਤਦੇ ਹਾਂ, ਔਰ ਸਾਡੇ ਲਈ ਇਹ ਬੜਾ ਸਤਿਕਾਰਯੋਗ ਸ਼ਬਦ ਹੈ ਤੇ ਇਸ ਦੀ ਵਰਤੋਂ ਹੋਣੀ ਵੀ ਲਾਜ਼ਮੀ, ਅਸੀਂ ਕਰਦੇ ਵੀ ਹਾਂ ਤੇ ਕੋਈ ਮਾੜੀ ਗੱਲ ਵੀ ਨਹੀਂ। ਪਰ ਦੂਸਰਾ ਪੱਖ ਇਹ ਹੈ ਵੀ ਸਾਡੇ ਅੰਦਰ ਤਕਨੀਕਾਂ ਇੰਨੀਆਂ ਈਜਾਦ ਕਰ ਦਿੱਤੀਆਂ ਗਈਆਂ ਨੇ, ਹਰ ਇੱਕ ਸਿੱਖ ਮੇਰੇ ਹਿਸਾਬ ਨਾਲ ਤਕਨੀਕ ਦੇ ਵਿੱਚ ਫਸਿਆ ਹੋਇਆ। ਯਾਦ ਰੱਖਣਾ, ਤਕਨੀਕ ਦਾ ਰੌਲਾ ਹੈ। ਕਾਸ਼ ਜੇ ਅਸੀਂ ਸਧਾਰਨ ਢੰਗ ਨਾਲ ਉਸ ਅਕਾਲ ਪੁਰਖ ਨੂੰ ਯਾਦ, ਹੁਣ ਵੇਖੋ ਕਿਰਤੀ ਹਾਂ, ਦੁਕਾਨ ਤੇ ਬੈਠਿਆਂ ਵੀ ਰੱਬ ਨੂੰ ਯਾਦ ਕੀਤਾ, ਸਾਡਾ ਧਰਮ ਤਾਂ ਇਹੀ ਕਹਿੰਦਾ ਹੈ ਨਾ, ਕਿਰਤ ਕਰਦਿਆਂ ਵੀ ਤੂੰ ਰੱਬ ਨੂੰ ਯਾਦ ਕਰ ਸਕਦਾ, ਖੇਤਾਂ 'ਚ ਕੰਮ ਕਰਨ ਵਾਲਾ ਵੀ ਰੱਬ ਨੂੰ ਯਾਦ ਕਰ ਸਕਦਾ। ਹੁਣ ਇਹ ਹੈ ਕਿਰਤ ਵਿੱਚ, ਕਿਰਤ ਕਰਦਿਆਂ ਹੋਇਆਂ ਹੀ ਅਸੀਂ ਉਸ ਅਕਾਲ ਪੁਰਖ ਨਾਲ ਜੁੜੇ ਰਹੀਏ। ਕਿ ਤੁਸੀਂ ਵਾਹਿਗੁਰੂ ਕਹੋ, ਤੁਹਾਨੂੰ ਮੂਲ ਮੰਤਰ ਦਾ ਪਾਠ, ਮੰਗਲਾ ਚਰਨ ਆਉਂਦਾ ਉਹ ਪੜ੍ਹੋ, ਸ਼ਬਦ ਆਉਂਦਾ ਉਹ ਪੜ੍ਹ ਲਓ, ਇਹ ਢੰਗ ਹਨ, ਤਰੀਕੇ ਹਨ। ਪਰ ਹੁਣ ਅਗਲੀ ਗੱਲ ਜਿਹੜੀ ਹੈ, ਜਿੱਥੇ ਨਵੇਂ-ਨਵੇਂ ਢੰਗ ਇਜਾਦ ਕਰ ਲੈ ਵੀ ਇੰਨੇ ਸਾਜ਼ ਵਜਾਓ ਤੇ ਸਾਜ਼ਾਂ ਦੇ ਨਾਲ ਤੁਸੀਂ ਆਹ ਕਰੋ ਤੇ ਇਸ ਢੰਗ ਨਾਲ ਕਈਆਂ ਦੀਆਂ ਦਸਤਾਰਾਂ ਤੱਕ ਵੀ, ਇਹ ਜੋ ਕੁਝ ਹੈ ਮੁਆਫ ਕਰਨਾ, ਇਹਨਾਂ ਤਕਨੀਕਾਂ ਨੇ ਸਾਡੇ ਵਿੱਚ ਹਲਚਲ ਤੇ ਖਲਲ ਪੈਦਾ ਕਰਦਾ, ਡਿਸਟਰਬੈਂਸ ਪੈਦਾ ਕਰ ਦਿੱਤੀ। ਅਸੀਂ ਕਿਸੇ ਨੂੰ ਪ੍ਰੇਰਣਾ ਹੈ ਵੀ ਤੂੰ ਇਸ ਪਾਸੇ ਵੱਲ ਤੁਰ, ਅਸੀਂ ਉਹਦੇ ਜੀਵਨ ਨੂੰ ਗੁਰਮਤ ਵਾਲੇ ਪਾਸੇ ਲੈ ਕੇ ਆਉਣਾ ਹੈ। ਅਸੀਂ ਇਹ ਗੱਲ ਭੁੱਲ ਗਏ, ਜੋ ਮੇਰੇ ਮਨ 'ਚ ਤਕਨੀਕ ਆਈ ਮੈਂ ਲੋਕਾਂ ਨੂੰ ਉਹ ਸਮਝਾਉਣ ਲੱਗ ਪਿਆ, ਜੋ ਦੂਜੇ ਦੇ ਮਨ 'ਚ ਆਈ। ਹੁਣ ਸਾਡੀ ਜਦੋਂ ਤਕਨੀਕ ਨਾ ਰਲੀ, ਦੋ ਜਾਣਿਆਂ ਦੀ ਝਮੇਲਾ ਖੜਾ ਹੋ ਗਿਆ। ਜਦੋਂ ਦੋ ਬੰਦਿਆਂ ਦੀ ਤਕਨੀਕ ਨਾ ਰਲੀ, ਜੁਗਤ ਨਾ ਰਲੀ, ਝਮੇਲਾ ਖੜਾ ਹੋ ਗਿਆ। ਚੰਗੀ ਗੱਲ ਤਾਂ ਇਹ ਸੀ ਵੀ ਅਸੀਂ ਰਸਨਾ ਤੋਂ ਵੀ ਵਾਹਿਗੁਰੂ ਕਹੀਏ, ਰੱਬ ਆਖੀਏ, ਬਾਣੀ ਪੜ੍ਹੀਏ, ਔਰ ਦੂਸਰੀ ਗੱਲ ਆਪਣੇ ਕਰਮ ਨੂੰ ਤੇ ਆਪਣੇ ਸੁਭਾਅ ਨੂੰ ਸਵਾਰਨ ਵਾਲੇ ਪਾਸੇ ਅਸੀਂ ਤੁਰੀਏ, ਧਰਮ ਦੀ ਕਿਰਤ ਕਰਦਿਆਂ ਹੋਇਆਂ, ਜੋ ਸਾਨੂੰ ਗੁਰੂ ਗ੍ਰੰਥ ਸਾਹਿਬ ਜੀ ਦਾ ਉਪਦੇਸ਼ ਹੈ, ਬੜੇ ਸਧਾਰਨ ਢੰਗ ਨਾਲ। ਗੱਲ ਤਾਂ ਇਹ ਸੀ ਵੀ ਪਿਆਰਿਆ ਤੂੰ ਜਿਵੇਂ ਯਾਦ ਕਰ ਸਕਦਾ ਕਰਨ ਦੀ ਕੋਸ਼ਿਸ਼ ਕਰਿਆ ਕਰ।
ਹੁਣ ਇਹ ਤੋਂ ਸੌਖਾ ਰਾਹ ਤੇ ਕੋਈ ਨਹੀਂ ਨਾ ਸੰਸਾਰ ਵਿੱਚ। ਕਿ ਤੂੰ ਜਿਵੇਂ ਕਰ ਸਕਦਾ ਨਾ ਕਰ, ਤੇਰੇ ਤੇ ਮੈਂ ਆਪਣੀ ਪਾਬੰਦੀ ਨਹੀਂ ਲਾ ਸਕਦਾ ਵੀ ਤੂੰ ਐਵੇਂ ਕਰ। ਮੈਨੂੰ ਜਿਵੇਂ ਰਾਹ ਸੌਂਦਾ ਮੈਂ ਕਰੀ ਜਾਣਾ, ਜਿਵੇਂ ਤੈਨੂੰ ਠੀਕ ਲੱਗਦਾ ਤੂੰ ਕਰੀ ਚੱਲ। ਪਰ ਅਸੀਂ ਵਾਧੂ ਝਮੇਲਿਆਂ 'ਚ ਇੰਨੇ ਫਸ ਗਏ ਹਾਂ, ਮੁਆਫ ਕਰਨਾ, ਲੋਕ ਰੱਬ ਦੇ ਨਾਮ ਉੱਤੇ ਹੀ ਲੜ ਰਹੇ ਨੇ। ਹੱਦ ਹੋ ਗਈ। ਸੱਚ ਕਿਨਾਰੇ ਰਹਿ ਗਿਆ, ਖੈ ਮਰਦੇ ਬਾਹਮਣ ਮੌਲਾਣੇ। ਭਾਈ ਗੁਰਦਾਸ ਜੀ ਨੇ ਆਖਿਆ, ਗੁਰੂ ਨਾਨਕ ਮਹਾਰਾਜ ਦੇ ਸਮੇਂ ਦੀ ਗੱਲ ਹੈ, ਬ੍ਰਾਹਮਣ ਮੌਲਾਣੇ ਦੋਵੇਂ ਆਪਣੇ ਆਪਣੇ ਧਰਮ ਦੇ ਮੁਖੀ ਸਨ, ਪੁਜਾਰੀ ਸਨ। ਉਹ ਆਖੇ ਵੀ ਰਾਮ ਕਹਿਣਾ ਗਲਤ, ਉਹ ਆਖੇ ਰਹੀਮ ਕਹਿਣਾ ਗਲਤ ਹੈ। ਗੁਰੂ ਨਾਨਕ ਮਹਾਰਾਜ ਦੇ ਸਮੇਂ ਦੀ ਗੱਲ ਹੈ। ਭਾਈ ਗੁਰਦਾਸ ਜੀ ਨੇ ਪਤਾ ਕੀ ਨਿਰਣਾ ਕੀਤਾ, ਕਹਿੰਦੇ ਸੱਚ ਪਾਸੇ ਖਲੋਤਾ ਹੈ, ਦੋਵੇਂ ਹੰਕਾਰ ਲਈ ਲੜ ਰਹੇ ਨੇ, ਦੋਵੇਂ ਆਪਣੀ ਹਉਮੈ ਲਈ ਲੜ ਰਹੇ ਨੇ। ਇਹਨਾਂ ਚੋਂ ਕੋਈ ਰੱਬ ਦੇ ਲਈ ਲੜਨ ਦੀ ਲੋੜ ਹੀ ਨਹੀਂ। ਰੱਬ ਜਿਹੋ ਜਿਹਾ ਮੇਰਾ ਉਹੋ ਜਿਹਾ ਤੁਹਾਡਾ। ਰੱਬ ਲਈ ਕੋਈ ਨਹੀਂ ਲੜ ਰਿਹਾ, ਧਰਮ ਲਈ ਹਾਂ ਰੱਬ ਦੇ ਨਾਮ ਉੱਤੇ ਜ਼ਰੂਰ ਲੜ ਰਹੇ ਹੋਣਗੇ। ਨਾਮ ਰੱਬ ਦਾ ਵਰਤਦੇ ਨੇ, ਨਾਮ ਧਰਮ ਦਾ, ਲੜਾਈ ਆਪਣੀ ਹਉਮੈ ਦੀ ਲੜ ਰਹੇ ਨੇ। ਤਾਂ ਭਾਈ ਸਾਹਿਬ ਨੇ ਵੇਖੋ ਨਿਰਣਾ ਕਿੱਡਾ ਬਾ ਕਮਾਲ ਦਿੱਤਾ, ਕਹਿੰਦੇ ਸੱਚ ਕਿਨਾਰੇ ਰਹਿ ਗਿਆ, ਖੈ ਮਰਦੇ ਬਾਹਮਣ ਮੌਲਾਣੇ। ਮੈਂ ਵੇਖਦਾ ਸਾਡੇ 'ਚ ਵੀ ਉਹੀ ਸਥਿਤੀ ਹੈ। ਸੱਚ ਨੂੰ ਜੀਣਾ ਤੇ ਸੱਚੇ ਬਣਨਾ, ਰੱਬ ਨਾਲ ਪਿਆਰ ਕਰਨਾ, ਰੱਬ ਦੀ ਖਲਕਤ ਨਾਲ, ਉਹ ਗੱਲਾਂ ਸਾਡੇ ਵਿੱਚੋਂ ਅਲੋਪ ਹੁੰਦੀਆਂ ਜਾ ਰਹੀਆਂ ਨੇ। ਕਾਹਦੇ ਤੇ ਲੜ ਰਹੇ ਹਾਂ ਅਸੀਂ ਜਦੋਂ ਸਾਡੇ 'ਚ ਧਰਮ ਹੀ ਨਹੀਂ? ਕਾਹਦੇ ਲਈ ਲੜ ਰਹੇ ਹਾਂ ਜਦੋਂ ਰੱਬ ਦਾ ਪਿਆਰ ਹੀ ਨਹੀਂ ਸਾਡੇ ਅੰਦਰ? ਤਕਨੀਕ ਲਈ, ਆਪਣੀ ਜੁਗਤ ਨੂੰ ਸਥਾਪਿਤ ਕਰਨ ਲਈ ਨਹੀਂ। ਗੁਰੂ ਮਹਾਰਾਜ ਕਹਿੰਦੇ ਨੇ ਮੁਖ ਤੋਂ ਵੀ ਕਹੇ, ਮਨ 'ਚ ਵੀ ਵਸਾ। ਹਰ ਹਰ ਮੁਖ ਤੇ ਬੋਲਣਾ, ਮਨ ਉਠੈ ਸੁਖ ਹੋਏ। ਔਰ ਅੱਗੇ ਆਖਦੇ ਨਾਨਕ ਸਭ ਮੈਂ ਰਵ ਰਹਿਆ। ਜਦੋਂ ਮਨ 'ਚ ਵਸ ਗਿਆ ਨਾ, ਫਿਰ ਤੇਰੀ ਸੁਰਤ ਵਿੱਚ ਇਹ ਗੱਲ ਟਿਕ ਜਾਏਗੀ, ਉਹ ਵਾਹਿਗੁਰੂ ਅਕਾਲ ਪੁਰਖ ਸਾਰਿਆਂ ਵਿੱਚ ਰਮਿਆ ਹੋਇਆ ਹੈ। ਇੱਥੋਂ ਤੱਕ ਪਹੁੰਚਣਾ ਤੂੰ। ਯਾਦ ਰੱਖ ਤੇਰਾ ਸਫ਼ਰ ਕੀ ਹੈ, ਤੂੰ ਖਲੋ ਕਿੱਥੇ ਗਏ। ਸਤਿਗੁਰੂ ਕਹਿੰਦੇ ਨਾਨਕ ਸਭ ਮੈਂ ਰਵ ਰਹਿਆ, ਥਾਨ ਥਨੰਤਰ ਸੋਏ। ਹਰ ਥਾਂ ਤੇ ਹਰ ਜਗ੍ਹਾ ਵਿੱਚ, ਘਟ ਘਟ ਹਰ ਹਿਰਦੇ ਵਿੱਚ ਉਹਦੀ ਜੋਤ ਪ੍ਰਕਾਸ਼ਮਾਨ ਹੈ। ਸਤਿਗੁਰੂ ਪੌੜੀ ਵਿੱਚ ਆਖਦੇ ਨੇ, ਹੀਰੋਂ ਘਟ ਘਟ ਸਗਲ ਕਹਿ। ਮੈਂ ਹਰ ਘਟ ਹਰ ਹਿਰਦੇ ਵਿੱਚ ਉਸ ਨੂੰ ਵੇਖਦਾ ਹਾਂ। ਸਾਰਿਆਂ ਦੇ ਹਿਰਦਿਆਂ ਵਿੱਚ ਉਹ ਆਪ ਵਸਿਆ ਹੋਇਆ ਹੈ। ਪੂਰ ਰਹੇ ਭਗਵਾਨ, ਉਹ ਪ੍ਰਭੂ ਅਕਾਲ ਪੁਰਖ ਜੀ ਸਾਰਿਆਂ ਵਿੱਚ ਪਰਿਪੂਰਨ ਵਸੇ ਹੋਏ ਨੇ। ਹੋਵਤ ਆਏ ਸਦ ਸਦੀਵ, ਦੁੱਖ ਭੰਜਨ ਗੁਰ ਗਿਆਨ। ਪਾਤਸ਼ਾਹ ਕਹਿੰਦੇ ਹੋਵਤ ਉਹ ਹੁਣ ਵੀ ਹੈ, ਸਦ ਸਦੀਵ ਹੁੰਦਾ ਹੀ ਆਇਆ ਹੈ, ਸਦੀਆਂ ਤੋਂ ਉਹਦੀ ਹੋਂਦ ਕਾਇਮ ਹੈ, ਸਦਾ ਸਦੀਵ ਰਹਿਣ ਵਾਲਾ ਹੈ ਉਹ। ਦੁੱਖ ਭੰਜਨ ਗੁਰ ਗਿਆਨ, ਗੁਰੂ ਦਾ ਗਿਆਨ ਮਨੁੱਖ ਦੇ ਆਤਮਕ ਮਾਨਸਿਕ ਦੁੱਖ ਖੰਡ ਦਿੰਦਾ ਹੈ, ਨਾਸ਼ ਕਰ ਦਿੰਦਾ ਹੈ। ਹਉ ਛੁਟਕੈ ਹੋਏ ਆਨੰਦ ਤੇ। ਜਦੋਂ ਹਉਮੈ ਛੁੱਟ ਜਾਏ ਨਾ ਮਨੁੱਖ ਦੀ, ਤਾਂ ਉਸ ਮਨੁੱਖ ਦੇ ਅੰਦਰ ਆਤਮਕ ਆਨੰਦ ਪੈਦਾ ਹੋ ਜਾਂਦਾ ਹੈ, ਜਿਹੜਾ ਗੁਰੂ ਦੇ ਗਿਆਨ ਰਾਹੀਂ ਉਸ ਸਰਵ ਵਿਆਪੀ ਅਕਾਲ ਪੁਰਖ ਦੇ ਗੁਣਾਂ ਦਾ ਚਿੰਤਨ ਕਰਦਾ ਹੈ। ਹਉ ਨਾਹੀ ਤਹਿ ਆਪ। ਉੱਥੇ ਫਿਰ ਹਉਮੈ ਦੀ ਭਾਵਨਾ ਨਹੀਂ ਰਹਿੰਦੀ, ਉੱਥੇ ਫਿਰ ਇੱਕੋ ਹੀ ਗੱਲ ਧੁਰ ਆਤਮਾ ਚੋਂ ਨਿਕਲਦੀ, ਵਾਹਿਗੁਰੂ ਤੂੰ ਹੀ ਹੈ, ਹਰ ਜਗ੍ਹਾ ਤੇ ਤੇਰਾ ਵਜੂਦ ਹੈ। ਪਾਤਸ਼ਾਹ ਆਖਦੇ ਨੇ ਹਤੇ ਦੁੱਖ ਜਨਮਾ ਮਰਨ, ਜਨਮ ਮਰਨ ਦੇ, ਆਵਾਗਮਨ ਦੇ, ਭਟਕਣਾ ਦੇ, ਇਹ ਜੀਵਨ ਦੀ ਇਸ ਭਟਕਣਾ ਦੇ ਜਿਹੜੇ ਦੁੱਖ ਨੇ, ਇਹ ਹਤੇ ਗੁਰੂ ਨੇ ਨਾਸ਼ ਕਰ ਦਿੱਤੇ। ਸੰਤ ਸੰਗ ਪ੍ਰਤਾਪ, ਪਰ ਇਹ ਦਾਤ ਕਿੱਥੋਂ ਪ੍ਰਾਪਤ ਹੋਈ? ਗੁਰੂ ਦੀ ਸੰਗਤ ਦਾ ਪ੍ਰਤਾਪ ਹੈ। ਗੁਰੂ ਦੀ ਸੋਭਤ, ਗੁਰੂ ਦੀ ਨੇੜਤਾ ਵਿੱਚੋਂ ਇਹ ਬਖਸ਼ਿਸ਼ ਪ੍ਰਾਪਤ ਕੀਤੀ। ਇਹ ਪ੍ਰਤਾਪ, ਇਹ ਪ੍ਰਭਾਵ ਗੁਰੂ ਦੀ ਨੇੜਤਾ ਕਰਕੇ ਹੋਇਆ। ਹਿਤ ਕਰ ਨਾਮ ਦ੍ਰਿੜੈ ਦਇਆਲਾ, ਜਿਹੜਾ ਗੁਰੂ ਦੀ ਸੰਗਤ ਵਿੱਚ ਬੈਠਦਾ ਹੈ, ਗੁਰੂ ਦਾ ਸੰਗੀ ਹੋ ਜਾਂਦਾ ਹੈ, ਗੁਰੂ ਨਾਲ ਨੇੜਤਾ ਬਣਾ ਲੈਂਦਾ ਹੈ, ਉਹ ਫਿਰ ਪਿਆਰ ਕਰਕੇ, ਹਿਤ ਕਹਿੰਦੇ ਨੇ ਮੁਹੱਬਤ ਨੂੰ, ਪਿਆਰ ਨੂੰ, ਦਿਲੀ ਲਗਾਵ ਨਾਲ ਦ੍ਰਿੜੈ ਪੱਕਾ ਕਰਦਾ ਹੈ। ਨਾਮ ਦਇਆਲਾ, ਨਾਮ ਅਕਾਲ ਪੁਰਖ ਦੇ ਨਾਮ ਨੂੰ ਪਿਆਰ ਨਾਲ ਆਪਣੇ ਮਨ 'ਚ ਵਸਾ ਲੈਂਦਾ, ਦ੍ਰਿੜ ਕਰ ਲੈਂਦਾ। ਸੰਤਾਂ ਸੰਗ ਹੋਤ ਕਿਰਪਾਲਾ, ਸਤਿਗੁਰੂ ਆਖਦੇ ਨੇ ਰੱਬੀ ਪਿਆਰਿਆਂ ਦੀ, ਗੁਰੂ ਦੀ ਸੋਭਤ ਵਿੱਚ, ਸਤ ਸੰਗੀਆਂ ਵਿੱਚ ਬੈਠ ਕੇ ਉਹ ਫਿਰ ਹੋਤ ਕਿਰਪਾਲਾ, ਉਸ ਕਿਰਪਾਵਾਨ ਪ੍ਰਭੂ ਨੂੰ ਜਾਣ ਲੈਂਦਾ ਵੀ ਉਹਦੀ ਹੋਂਦ ਹੀ ਸਾਰੇ ਥਾਈਂ ਹੈ। ਉਰੈ ਕਛੂ ਨ ਕਿਨਹੂ ਕੀਆ, ਉਰੈ ਦਾ ਭਾਵ ਹੈ ਪਰਮਾਤਮਾ ਤੋਂ ਉਰੇ, ਪਰਮਾਤਮਾ ਤੋਂ ਬਿਨਾਂ, ਉਸ ਰੱਬ ਤੋਂ ਉਰੇ ਪਰੇ, ਉਸ ਰੱਬ ਤੋਂ ਬਗੈਰ ਕਿਸੇ ਹੋਰ ਨੇ ਕੁਝ ਨਹੀਂ ਬਣਾਇਆ। ਭਾਵ ਉਹ ਰੱਬ ਹੀ ਸਾਰੀ ਖਲਕਤ ਦਾ ਤੇ ਸ੍ਰਿਸ਼ਟੀ ਦਾ ਮਾਲਕ ਤੇ ਕਰਤਾ ਹੈ।
ਨਾਨਕ ਸਭ ਕਛ ਪ੍ਰਭ ਤੇ ਹੁਆ ਹੈ। ਨਾਨਕ ਸਭ ਕੁਝ ਉਸ ਪ੍ਰਭੂ ਵੱਲੋਂ ਹੀ ਬਖਸ਼ਿਸ਼ ਰੂਪ ਵਿੱਚ ਮਿਲਦਾ ਹੈ। ਫਿਰ ਉਹ ਇੱਕੋ ਹੀ ਦਾਤਾ ਹੈ ਜਿਹੜਾ ਸਾਡੇ ਸੁਰਤ ਵਿੱਚ ਜਿਸ ਦਾ ਵਾਸ ਰਹਿੰਦਾ ਹੈ। ਬਾਣੀ 'ਚ ਵੀ ਇਹੀ ਅਸੀਂ ਮੰਗਦੇ ਹਾਂ, ਨਿਤਨੇਮ ਕਰਦੇ ਹਾਂ। ਗੁਰਾ ਇੱਕ ਦੇ ਬੁਝਾਈ ਸਭਨਾ ਜੀਆਂ ਕਾ, ਇੱਕ ਦਾਤਾ ਸੋ ਮੈਂ ਵਿਸਰ ਨਾ ਜਾਈ। ਧੰਨ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਜੀ ਹੋਈਆਂ ਭੁੱਲਾਂ ਚੁੱਕਾਂ ਦੀ ਖਿਮਾ ਬਖਸ਼ਿਸ਼ ਕਰਨ। ਸਭਨਾਂ ਦਾ ਧੰਨਵਾਦ। ਅਦਬ ਸਹਿਤ ਗੁਰੂ ਫਤਿਹ ਪ੍ਰਵਾਨ ਕਰੋ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।